ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार आदाब सत श्री अकाल। हमदर्द टीवी देखने वाले सारे दर्शकों का स्वागत है प्रोग्राम पैसा तेला विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच अज गलबात असीं करांगे कुछ पैसे तेले नाल संबंधित गल्लां बारे। सो इस वक्त असीं सारे जानते हैं कि कैनेडा विच पैंडेमिक की जिहड़ी वेव है वो चल रही है, वैक्सीन की पहुँच होनी शुरू हो चुकी है, अलग अलग एज ग्रुप्स दे नूं लगनी भी शुरू हो चुकी है वैक्सीन। अजिहे विच इकॉनमी की गल की जाए असीं बहुत सारे बैनीफिट्स भी लै चुके हैं। हुण सरकार ने भी अगे देखना आ, माइनॉरिटी च साडी सरकार हैगी आ, आने वाले समय में बजट भी पेश करना, की उम्मीदां कीतियां जा सकदियां ने। ओंटारियो की गल करिए तो इस वक्त टैक्सिस दे विच वाधा हो रहा, गैस रेट्स दे विच वाधा हो रहा। सो इकॉनमी किस तरह की रहेगी इस दौरान, तो सानूं होर किहड़ियां-किहड़ियां जे मुसीबतां होर आर्थिक तौर पर झल्लणियां पै सकदियां ने। नाल ही असीं गलबात करांगे रियल स्टेट मार्केट के बारे में। बहुत सारे दर्शक सानूं बार-बार इस बारे गलबात कर रहे सन कि असीं इस बारे भी विचार चर्चा करिए। खास तौर पर ओंटारियो की गल करिए तो आसमान छूंदियां घरां दीयां कीमतां, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਸਾਰੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਬਿਜ਼ਨੈਸਿਸ ਨੀਚੇ ਨੂੰ ਜਾ ਰਹੇ ਨੇ, ਪਰ ਰੀਅਲ ਸਟੇਟ ਮਾਰਕੀਟ ਦੀ ਗੱਲ ਕਰੀਏ ਤਾਂ ਜਿੰਨਾ ਉਛਾਲ ਇੱਥੇ ਦੇਖਣ ਨੂੰ ਮਿਲ ਰਿਹਾ ਇਹ ਕਿਉਂ ਹੋ ਰਿਹਾ ਵਾ। ਸੋ ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਜੀ ਇਕੋਨੋਮਿਸਟ ਐਂਡ ਸੋਸ਼ਲ ਵਰਕਰ ਸਰਦਾਰ ਨਿਰਮਲ ਢੀਂਡਸਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਕੀ ਹਾਲ ਚਾਲ ਨੇ ਸਰ? ਠੀਕ ਹੈ ਜੀ, ਠੀਕ ਹੈ ਸਰ। ਪੈਂਡੈਮਿਕ ਦੌਰਾਨ ਹਾਲਾਂਕਿ ਆਪਾਂ ਸਟੂਡੀਓ ਵਿੱਚ ਇੱਕ ਦੂਜੇ ਨਾਲ ਮੁਲਾਕਾਤ ਨਹੀਂ ਕਰ ਸਕਦੇ, ਪਰ ਘਰਾਂ ਵਿੱਚ ਆਪਣੇ ਬੈਠ ਕੇ ਤੇ ਮੈਂ ਸਟੂਡੀਓ ਵਿੱਚ ਬੈਠ ਕੇ ਐਟਲੀਸਟ ਇਸ ਗੱਲ ਉੱਤੇ ਚਰਚੇ ਜ਼ਰੂਰ ਕਰ ਸਕਦੇ ਹਾਂ ਕਿ ਜੋ ਇਸ ਵਕਤ ਦੇਸ਼ ਦੇ ਆਰਥਿਕ ਤੌਰ ਤੇ ਹਾਲਾਤ ਬਣੇ ਹੋਏ ਨੇ। ਅਸੀਂ ਇਸ ਦੇਸ਼ ਦੀ ਇਕੋਨਮੀ ਦੀ ਗੱਲ ਕਰੀਏ ਤਾਂ ਇਸ ਵਕਤ ਕਿਵੇਂ ਦੀ ਚੱਲ ਰਹੀ ਹੈ ਕੈਨੇਡਾ ਦੀ ਇਕੋਨਮੀ। 2020 ਦੇ ਵਿੱਚ ਬਹੁਤ ਕੁਝ ਬੰਦ ਹੋਇਆ, ਕੁਝ ਚੀਜ਼ਾਂ ਖੁੱਲੀਆਂ ਵੀ ਨੇ, ਪਰ ਜ਼ਿਆਦਾਤਰ ਲੋਕਾਂ ਨੂੰ ਘਾਟੇ ਪਏ ਨੇ। ਦੇਸ਼ ਦੀ ਗੱਲ ਕਰੀਏ, ਦੇਸ਼ ਦੀ ਇਕੋਨਮੀ ਕਿੱਧਰ ਨੂੰ ਜਾ ਰਹੀ ਹੈ? ਦੇਖੋ, ਜਿਹੜੀ ਰਿਪੋਰਟ ਆਈ ਹੈ ਇਹ ਉਹਨੇ ਸਰਪ੍ਰਾਈਜ਼ ਕਰਤਾ ਟੂ ਐਵਰੀਬਾਡੀ, ਕਿਉਂਕਿ ਜਿਹੜਾ 2020 ਸਾਰੇ ਸਾਲ ਦੀ ਕੰਟਰੈਕਸ਼ਨ ਹੋਈ ਇਕਨੋਮੀ ਦੇ ਵਿੱਚ 5.4%, ਪਰ ਜਿਹੜਾ ਲਾਸਟ ਕੁਆਰਟਰ ਸੀ ਲਾਕਡਾਊਨ ਦੇ ਹੋਣ ਦੇ ਬਾਵਜੂਦ ਵੀ ਜਿਹੜੀ ਜੀਡੀਪੀ ਇਨਕਰੀਜ਼ 2.3%। ਸੋ ਦੈਟ ਜੇ ਅਸੀਂ ਇਹਨੂੰ ਕਨਵਰਟ ਕਰ ਲਈਏ ਐਨੂਅਲੀ ਇਹ ਬਣਦੀ 9.6%, ਜਦੋਂ ਕਿ ਇੱਕ ਕੁਆਰਟਰ ਦੀ ਗਰੋਥ ਇੰਨੀ ਹੋਈ ਹੈ। ਐਂਡ ਦੈਟ ਸਰਪ੍ਰਾਈਜ਼ਸ ਟੂ ਐਵਰੀਬਾਡੀ। ਇਟ ਇਜ਼ ਟੈਲਿੰਗ ਕਿ ਜਿਹੜੀ ਕੈਨੇਡੀਅਨ ਇਕੋਨਮੀ ਆ ਪੈਂਡੇਮਿਕ ਤੋਂ ਬਾਹਰ ਆ ਰਹੀ ਆ, ਕਿਉਂਕਿ ਵੈਕਸੀਨ ਆ ਗਈ ਐਂਡ ਸਟਿਮੂਲਸ ਪੈਕੇਜ ਗਵਰਨਮੈਂਟਾਂ ਵੱਲੋਂ ਦਿੱਤਾ ਜਾ ਰਿਹਾ ਐਂਡ ਗਵਰਨਮੈਂਟਾਂ ਵੱਲੋਂ ਬੜੇ ਪੈਸੇ ਵੰਡੇ ਜਾ ਰਹੇ ਆ। ਲੋਕੀ ਬੇਸ਼ੱਕ ਘਰੀ ਬੈਠੇ ਆ, ਲੋਕਾਂ ਦੀ ਸੇਵਿੰਗਸ ਰੇਟ ਬਹੁਤ ਵੱਧ ਗਏ ਐਂਡ ਬਿਜ਼ਨਸ ਹੁਣ ਖੁੱਲ੍ਹਦੇ ਜਾ ਰਹੇ ਆ। ਮੇਰੇ ਖਿਆਲ ਮੰਡੇ ਤੋਂ ਇਹਨਾਂ ਨੇ ਟੋਰਾਂਟੋ, ਪੀਲ ਰੀਜਨ ਐਂਡ ਐਵਰੀਬਾਡੀ ਬਹੁਤ ਸਾਰੇ ਖੋਲ੍ਹ ਦੇਣੇ ਆ। ਸੋ ਲੋਕਾਂ ਦੇ ਵਿੱਚ ਜਿਹੜਾ ਕੌਨਫੀਡੈਂਸ ਹੈ ਉਹ ਬਹੁਤ ਵਧਿਆ। ਉਹ ਇਹ ਜਿਹੜੀਆਂ ਫਿਗਰਾਂ ਇਹ ਦੱਸ ਰਹੀਆਂ ਕਿ ਇਕੋਨਮੀ ਜਿੱਦਾਂ ਬੈਂਕ ਆਫ ਮੌਂਟਰੀਅਲ ਇਹ ਕਹਿ ਰਹੀ ਹੈ ਕਿ ਇਕੋਨਮੀ ਦਿਸ ਈਅਰ ਵਿਲ ਬੀ ਸੋ ਹੌਟ, ਇਟ ਵਿਲ ਦੀ ਜਿਹੜੀ ਜੀਡੀਪੀ ਆ ਇਟ ਮੇ ਟੱਚ ਟੂ 6%। ਸੋ ਦੈਟਸ ਵਾਟ ਇਜ਼ ਸੀ। ਜੇ ਆਪਾਂ ਜਨਵਰੀ ਦੀ ਗੱਲ ਕਰ ਲਈਏ, ਜਨਵਰੀ ਵਿੱਚ 0.5% ਗਰੋਥ ਹੋਈ ਆ, ਜਿਹੜੀ ਐਕਸਪੈਕਟ ਇਹ ਸਾਨੂੰ ਇੰਡੀਕੇਸ਼ਨਸ ਦੱਸ ਰਹੀ ਆ ਕਿ ਇਕੋਨਮੀ ਕਿੱਧਰ ਨੂੰ ਜਾ ਰਹੀ ਆ। ਐਂਡ ਇਸ ਵੇਲੇ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਸਟਿਮੂਲਸ ਪੈਕੇਜ ਆ $1.9 ਬਿਲੀਅਨ। ਕੈਨ ਯੂ ਇਮੈਜਿਨ $1.9 ਬਿਲੀਅਨ ਗੋਇੰਗ ਇਨ ਦੀ ਮਾਰਕੀਟ। ਐਂਡ ਕੈਨੇਡਾ ਦੇ ਵਿੱਚ ਵੀ 70 ਤੋਂ $100 ਬਿਲੀਅਨ ਦੀ ਗੱਲ ਕਰ ਰਹੇ ਆ। ਐਂਡ ਲੋਕਾਂ ਨੂੰ ਘਰੀ ਬੈਠਿਆਂ ਨੂੰ ਪੈਸੇ ਮਿਲ ਰਹੇ ਆ। ਕਈ ਲੋਕੀ ਤਾਂ ਦੇ ਆਰ ਮੇਕਿੰਗ ਮੋਰ ਮਨੀ ਘਰ ਬੈਠੇ ਕੰਮ ਨਾਲੋਂ ਵੱਧ। ਸੋ ਇਹਦੇ ਨਾਲ ਬਹੁਤ ਸਾਰੀਆਂ ਐਕਟੀਵਿਟੀਜ਼, ਜਿੱਥੇ ਜਿਹੜੀ ਪੈਂਡਮਿਕ ਨੇ ਬਹੁਤ ਸਾਰੀ ਇਕੋਨਮੀ ਦੇ ਵਿੱਚ ਤਬਦੀਲੀਆਂ ਬਹੁਤ ਸਾਰੀਆਂ ਇੰਡਸਟਰੀਆਂ, ਜਿਵੇਂ ਸਰਵਿਸਿੰਗ ਇੰਡਸਟਰੀ ਆ, ਜਿਹੜੀ ਰੈਸਟੋਰੈਂਟ ਇੰਡਸਟਰੀ ਆ, 13,600 ਰੈਸਟੋਰੈਂਟ ਹੈ ਇੱਥੇ ਟੋਰਾਂਟੋ ਜੀ। ਸਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਅਸੀਂ ਗੱਲ ਕਰ ਲਈਏ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਐਸਪੋਰਟ ਤੋਂ ਬੋਲਦੇ ਜੀ। ਅਸੀਂ ਮੇਰੇ ਘਰ ਵਾਲਾ ਜਿੱਦਾਂ ਵਰਕ ਪਰਮਿਟ ਤੇ ਅਸੀਂ ਨਾਲ ਲਾ ਸਕਦੇ ਇਮੀਗ੍ਰੇਸ਼ਨ ਦੇ ਨਾਲ ਜੇ ਲੈਣਾ ਹੋਵੇ ਤਾਂ?
ਤੁਸੀਂ ਆਪਣੇ ਤੁਸੀਂ ਲਾ ਸਕਦੇ ਆ ਵਰਕ ਪਰਮਿਟ ਤੁਸੀਂ ਵਾਲੇ ਜੀ ਵੀ। ਤੁਸੀਂ ਇਮੀਗ੍ਰੇਸ਼ਨ ਵਾਲੇ ਪ੍ਰੋਗਰਾਮ 'ਚ ਕਾਲ ਕਰਿਓ। ਇਸ ਵਕਤ ਅਸੀਂ ਸਿਰਫ ਅਤੇ ਸਿਰਫ ਇਕਨੋਮੀ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਨਹੀਂ ਹਾਂਜੀ। ਇਹਦੇ ਬਾਰੇ ਘਰਾਂ ਬਾਰੇ ਕਹਿੰਦੇ ਆ ਵੀ ਪੇਪਰ ਅਸੀਂ ਲਾ ਸਕਦੇ ਹਾਂ। ਮੈਮ ਇਹ ਤੁਸੀਂ ਆਪਣੇ ਕੰਸਲਟੈਂਟ ਨਾਲ ਜਾਂ ਤੁਸੀਂ ਮਾਰਗੇਜ ਸਪੈਸ਼ਲਿਸਟ ਨਾਲ ਗੱਲ ਕਰੋ, ਉਹ ਤੁਹਾਨੂੰ ਜ਼ਿਆਦਾ ਬੈਟਰ ਵੇ ਨਾਲ ਦੱਸ ਸਕਦੇ ਨੇ ਜੀ। ਰੀਅਲ ਏਸਟੇਟ Okay ਏਜੰਟ ਜੀ, ਨਾਲ ਗੱਲ ਕਰੋ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਸਰ ਤੁਸੀਂ ਦੱਸ ਰਹੇ ਸੀ ਰੈਸਟੋਰੈਂਟ ਦੇ ਬਾਰੇ ਵਿੱਚ ਕਿ 13,600 ਦੇ ਕਰੀਬ ਇੱਥੇ ਆਪਣੇ ਰੈਸਟੋਰੈਂਟ ਨੇ। ਰੈਸਟੋਰੈਂਟਸ ਟੋਰਾਂਟੋ ਵਿੱਚ 13,600 ਆ। ਉਹਨਾਂ ਵੱਲੋਂ ਵਾਰਨਿੰਗ ਦਿੱਤੀ ਗਈ ਆ ਕਿ ਹੋ ਸਕਦਾ 60% ਰੈਸਟੋਰੈਂਟ ਬੰਦ ਹੋ ਜਾਣ। ਸੋ ਇਹ ਇੱਕ ਤਬਦੀਲੀ ਆ ਰਹੀ ਹੈ, ਜਿਹੜੀ ਇਕਨੋਮੀ ਵਿੱਚ ਤਬਦੀਲੀ ਔਰ ਤਬਦੀਲੀ ਫॉर एवर ਆ ਰਹੀ ਹੈ ਕਿ ਸੋਸਾਇਟੀ ਹੈਵ ਗੋਨਾ ਲਰਨ ਹਾਊ ਟੂ ਕੀਪ ਡਿਸਟੈਂਸ, ਹਾਊ ਟੂ ਕੀਪ ਜਿਹੜਾ ਤੁਸੀਂ ਆਪਣੇ ਆਪ ਨੂੰ ਕਿੱਦਾਂ ਆਈਸੋਲੇਟ ਰੱਖਣਾ, ਡਿਸਟੈਂਸ ਰੱਖਣਾ ਐਂਡ ਆਲ ਕਾਈਂਡ ਆਫ ਥਿੰਗਸ। ਔਨ ਦੀ ਸੇਮ ਹੈਂਡ ਕਈ ਇੰਡਸਟਰੀ ਜਿੱਦਾਂ ਡਿਲੀਵਰੀ ਸਰਵਿਸਿਜ਼ ਹੈ, ਉਹ ਇੰਡਸਟਰੀ ਫਲਰਿਸ਼ ਹੋ ਰਹੀ ਹੈ। ਐਂਡ ਪਿਛਲੇ ਦਿਨਾਂ 'ਚ ਇਹ ਪਤਾ ਲੱਗਿਆ ਕਿ ਜਿਹੜੀ ਕੰਸਟਰਕਸ਼ਨ ਦੇ ਵਿੱਚ 4.1% ਵਾਧਾ ਹੋਇਆ ਐਂਡ ਮੈਨੂਫੈਕਚਰਿੰਗ ਦੇ ਵਿੱਚ ਵੀ ਵਾਧਾ ਹੋਇਆ। ਐਂਡ ਜੇ ਇਹ ਚੀਜ਼ਾਂ ਸਾਰੀਆਂ ਸਾਨੂੰ ਦੱਸ ਰਹੀਆਂ ਕਿ ਇਹਦੇ 'ਚ ਇਹ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਸ ਤਰੀਕੇ ਨਾਲ ਇਸ ਵਕਤ ਕੈਨੇਡਾ ਵਿੱਚ ਵੱਡੇ ਵੱਡੇ ਬਿਜ਼ਨੈਸਿਸ ਵੀ ਪ੍ਰਭਾਵਿਤ ਹੋਏ ਨੇ, ਲਗਭਗ 에ਅਰਲਾਈਨ ਇੰਡਸਟਰੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਆ, ਰੈਸਟੋਰੈਂਟ ਇੰਡਸਟਰੀ ਪ੍ਰਭਾਵਿਤ ਹੋਈ ਆ, ਟੂਰਿਜ਼ਮ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ। ਸੋ ਕੈਨੇਡਾ ਜਿਹੜਾ ਆ ਇਸ ਵਕਤ ਆਪਣੇ ਪਿਛਲੇ 3 ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਇਕਨੋਮਿਕ ਆਰਥਿਕਤਾ ਦੇ ਤੌਰ ਤੇ ਦੇਖਿਆ ਜਾਵੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕਿਆ ਹੈ। ਦੇਖੋ, ਇਹ ਬੇਸ਼ੱਕ ਹੇਠਲੇ ਪੱਧਰ ਤੇ ਪਹੁੰਚ ਚੁੱਕਿਆ, ਪਰ ਦੇਰ ਇਜ਼ ਤਬਦੀਲੀ ਇਜ਼ ਗੋਇੰਗ ਔਨ। ਜਿਹੜੇ ਘਰ ਬੈਠੇ ਲੋਕਾਂ ਨੂੰ ਜਿਹੜੇ ਪੈਸੇ ਮਿਲੇ ਆ, ਸੇਵਿੰਗਸ ਰੇਟ 12.1% ਤੋਂ ਵੱਧ ਕੇ 15.1% ਹੋ ਗਿਆ। ਐਂਡ ਕਿਤੇ ਪੈਸੇ ਲੋਕੀ ਬਾਹਰ ਨਹੀਂ ਗਏ, ਕਿਤੇ ਉਹਨਾਂ ਨੇ ਖਰਚੇ ਨਹੀਂ। ਐਂਡ 2 ਬੈਂਕਾਂ ਦੀ ਰਿਪੋਰਟ ਇਹ ਕਹਿ ਰਹੀ ਆ ਕਿ $200 ਬਿਲੀਅਨ ਤੋਂ ਉੱਪਰ ਸੇਵਿੰਗਸ ਰੇਟ ਆ। ਸੇਵਿੰਗਸ ਉਹ ਜਿਹੜੀ ਮਨੀ ਆ ਉਹ that will be coming in the market, that money will be coming in the housing market, and that money coming in the general market. So ਜਿਹੜਾ confidence is getting more positive than before, and they are looking forward. ਜੋ ਕਿ ਜਿਹੜੀ ਬੈਂਕ ਆਫ ਕੈਨੇਡਾ ਐਕਸਪੈਕਟ ਕਰਦੇ ਸੀ ਕਿ they're gonna be slow down, ਪਰ slow down ਦੀ ਬਜਾਏ it surprises to everybody. ਐਂਡ ਹਾਲੇ ਤੁਸੀਂ ਵੇਟ ਕਰੋ, ਜਿੱਦਣ ਵੈਕਸੀਨ ਲਾਉਣੀ ਸ਼ੁਰੂ ਹੋ ਗਈ, ਵੈਕਸੀਨ ਜਿੱਦਣ ਕੰਪਲੀਟ ਹੋ ਗਈ, ਦੈਨ ਦੇਰ ਗੋਨਾ ਬੀ ਲੁੱਕ ਐਟ ਦੀ ਸਾਨੂੰ ਇੱਥੋਂ ਇੰਡੀਕੇਸ਼ਨ ਇਹ ਮਿਲ ਰਹੀ ਆ ਜਿਹੜੀ ਬੌਂਡ ਆ 5 ਸਾਲ ਦਾ 10 ਸਾਲ ਦਾ ਉਹ ਆਲਮੋਸਟ ਡਬਲ ਟ੍ਰਿਪਲ ਹੋ ਗਿਆ। ਮੈਂ ਹੁਣੇ ਵਾਚ ਕਰਦਾ ਆ, ਅੱਜ ਸਵੇਰੇ 1.62 ਨੂੰ ਟੱਚ ਕਰ ਗਿਆ ਐਂਡ ਜਿਹੜਾ 5 ਸਾਲ ਦਾ ਬੌਂਡ ਟੱਚ ਕਰ ਗਿਆ 7.8। ਜਿਹੜੀਆਂ ਲੋਨ ਆ, ਜਿਹੜਾ ਖਾਸ ਤੌਰ ਤੇ ਮੌਰਗੇਜ ਲੋਨ ਆ, ਇਹ ਸਾਰਾ ਹੀ ਡਿਪੈਂਡੈਂਟ ਆ ਔਨ ਦੀ ਬੌਂਡ। ਜੇ ਬੌਂਡ ਪ੍ਰਾਈਸ ਅਪ ਜਾਂਦੀ ਆ ਤਾਂ ਮੌਰਗੇਜ ਪ੍ਰਾਈਸ ਅਪ ਜਾਂਦੀ ਆ। ਹੁਣ ਤੁਸੀਂ ਸਾਰੀਆਂ ਬੈਂਕਾਂ ਨੇ ਇਹ ਟਾਈਟ ਕਰਨਾ ਸ਼ੁਰੂ ਕਰਤਾ। ਬੈਂਕਾਂ ਨੇ ਇਸ ਵੀਕ ਤੋਂ ਮੌਰਗੇਜ ਵਿੱਚ ਵੀ ਵਾਧਾ ਕਰ ਦਿੱਤਾ, 1/4% ਇੰਟਰਸਟ ਰੇਟ ਗੋਨ ਅਪ। ਅੱਜ ਮੈਂ ਚੈੱਕ ਕਰਦਾ ਸੀ ਕਿ ਜਿਹੜੀਆਂ ਮੌਰਗੇਜ ਲਈ ਐਪਲੀਕੇਸ਼ਨਸ ਆ, ਦੇਰ ਫਲੱਡਿੰਗ ਇੰਨੀਆਂ ਐਪਲੀਕੇਸ਼ਨ ਜਾ ਰਹੀਆਂ, ਅਨਬਲੀਵੇਬਲ। ਐਂਡ ਜਿਹੜੀ ਘਰਾਂ ਦੇ ਉੱਤੇ ਵੀ ਜਿਹੜੀ ਬਿਡਿੰਗ ਵਾਰ ਆ, ਉਹਦੇ ਤੇ ਬੈਂਕਾਂ ਨੇ ਵੀ ਵਾਚ ਕਰਨਾ ਸ਼ੁਰੂ ਕਰ ਦਿੱਤਾ। ਇੱਦਾਂ ਵਾਚ ਕਰਨਾ ਸ਼ੁਰੂ ਕਰਤਾ ਕਿ ਜਿਹੜੇ ਲੋਕੀ ਵੀ ਇੱਦਾਂ ਲੱਗਦਾ ਵੀ ਜਿਸ ਤਰ੍ਹਾਂ ਜਿੱਦਾਂ ਪੈਨਿਕ ਹੋ ਗਏ ਹੁੰਦੇ ਆ ਵੀ ਜੇ ਅਸੀਂ ਘਰ ਹੁਣ ਨਾ ਲਿਆ ਤੇ ਖਰਾ ਮੁੜ ਕੇ ਮਿਲਣਾ ਹੀ ਨਹੀਂ। ਸੋ ਇੱਦਾਂ ਦੀ ਸਿਚੁਏਸ਼ਨ ਹੋ ਰਹੀ ਆ। ਦੂਸਰੇ ਪਾਸੇ ਗੱਲਬਾਤ ਕਰਾਂਗੇ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਬਰੰਟਨ ਤੋਂ ਬੋਲ ਰਿਹਾ ਜੀ। ਮੇਰਾ ਢੀਂਡਸਾ ਸਾਹਿਬ ਤੋਂ ਕੁਐਸਚਨ ਇਹ ਸੀਗਾ ਵੀ ਜਿਸ ਤਰ੍ਹਾਂ ਬਰੰਟਨ ਜਾਂ ਸਲੋਟ ਕੈਨੇਡਾ 'ਚ ਆਪਾਂ ਦੇਖਦੇ ਵੀ ਜੌਬਲੈਸ ਹੋ ਗਿਆ, ਇੰਨੇ ਜ਼ਿਆਦਾ ਪੀਪਲ ਨੇ, ਜਾਂ ਘਰ ਬੈਠੇ ਵਰਕ ਐਟ ਹੋਮ ਕੁਝ ਬਹੁਤ ਘੱਟ ਰਹਿ ਗਿਆ, ਫਿਰ ਵੀ ਜਿਹੜੀ ਹਾਊਸਿੰਗ ਮਾਰਕੀਟ ਹੈ ਇੰਨੀ ਅਪ ਜਾ ਰਹੀ ਹੈ, ਇਹਦੇ ਪਿੱਛੇ ਕੀ ਰੀਜ਼ਨ ਆ? ਲੋਕਾਂ ਕੋਲ ਇੱਕ ਤਾਂ ਪੈਸਾ ਨਹੀਂ ਹੈ, ਦੂਸਰਾ ਹਾਊਸਿੰਗ ਜਿਹੜੀ ਆਊਟ ਆਫ ਰੀਚ ਹੋ ਰਹੀ ਹੈ ਮਾਰਕੀਟ, ਇਹਦੇ ਪਿੱਛੇ ਕੀ ਰੀਜ਼ਨ ਆ? ਮੌਰਗੇਜ ਰੇਟ ਡਾਊਨ ਆਏ ਨੇ ਉਹਦੇ ਕਰਕੇ ਆ, ਜਾਂ ਇਹ ਮਾਫੀਆ ਕੋਈ ਇਹਦੇ ਵਿੱਚ? ਜੀ ਬਿਲਕੁਲ, ਆਪਾਂ ਇਹਦੇ ਬਾਰੇ ਢੀਂਡਸਾ ਸਾਹਿਬ ਨਾਲ ਗੱਲ ਕਰਾਂਗੇ। ਸ਼ੁਕਰੀਆ ਜੀ, ਤੁਸੀਂ ਸਵਾਲ ਕੀਤਾ ਆ। ਹਾਊਸਿੰਗ ਦੇ ਬਾਰੇ ਵਿੱਚ ਅੱਜ ਸਾਡਾ ਇਹ ਪ੍ਰੋਗਰਾਮ ਹੈ, ਗੱਲਬਾਤ ਕਰਾਂਗੇ। ਸੋ ਸਰ, ਹਾਊਸਿੰਗ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇਹਦੇ ਤੇ ਸਭ ਤੋਂ ਪਹਿਲਾਂ ਜੇ ਇੱਕ ਪ੍ਰਸ਼ਨ ਮੈਂ ਪੁੱਛਾਂ, ਜਿਵੇਂ ਇਹਨਾਂ ਦੇ ਪ੍ਰਸ਼ਨ ਚੋਂ ਇੱਕ ਪ੍ਰਸ਼ਨ ਉੱਠਿਆ ਕਿ
ਇਸ ਵਕਤ ਲੋਕਾਂ ਦੀ ਆਮਦਨ ਜਿਹੜੀ ਆ ਉਹ ਘਟ ਰਹੀ ਹੈ, ਜੌਬਲੈਸ ਲੋਕੀ ਹੋ ਰਿਹਾ, ਸਰਕਾਰ ਵੱਲੋਂ ਜੋ ਇਸ ਵਕਤ ਬੈਨੀਫਿਟਸ ਦਿੱਤੇ ਜਾ ਰਹੇ ਆ ਉਹਦੇ ਉੱਤੇ ਨਿਰਭਰ ਨੇ। ਇਨਫਲੇਸ਼ਨ ਵੱਧ ਰਹੀ ਆ, ਹਰ ਚੀਜ਼ 'ਚ ਮਹਿੰਗਾਈ ਹੋ ਰਹੀ ਆ। ਆਪਾਂ ਨੂੰ ਪਹਿਲਾਂ ਹੀ ਪਤਾ ਲੱਗਿਆ ਸੀ ਕਿ 2021 ਦੇ ਵਿੱਚ ਗਰੋਸਰੀ ਰੇਟਾਂ ਵਿੱਚ ਵੀ ਵਾਧਾ ਹੋ ਸਕਦਾ, ਗੈਸ ਕੀਮਤਾਂ 'ਚ ਵਾਧਾ ਹੋ ਚੁੱਕਿਆ ਹੈ, ਪ੍ਰੋਪਰਟੀ ਟੈਕਸ ਦੇ ਵਿੱਚ ਵਾਧਾ ਹੋ ਰਿਹਾ। ਸੋ ਅਜਿਹੇ ਵਿੱਚ ਇੱਕ ਆਮ ਇਨਸਾਨ ਦੀ ਜੇਬ ਦੇ ਉੱਤੇ ਇਸ ਵਕਤ ਬਹੁਤ ਬੋਝ ਪੈ ਰਿਹਾ। ਜਿਹੜੀਆਂ ਫਿਗਰਾਂ ਇਹ ਕਹਿ ਰਹੀਆਂ, ਦੋ ਬੈਂਕਾਂ ਦੀ ਰਿਪੋਰਟ ਇਹ ਕਹਿ ਰਹੀ ਆ ਕਿ $200 ਬਿਲੀਅਨ ਸੇਵਿੰਗ ਹੋਈ ਆ, ਐਂਡ ਲੋਕੀ ਬਾਹਰ ਨਹੀਂ ਗਏ। ਜਿੱਥੇ ਖਰਚ ਕਰਦੇ ਸੀ ਪਹਿਲਾਂ 9.7%, ਹੁਣ ਕਰਦੇ 0.1%। ਉਹ ਫਿਰ ਜਿਹੜੇ ਘਰ ਰਹਿਣ ਕਰਕੇ ਗਰੋਸਰੀ ਬਾਹਰੋਂ ਲਿਆ ਕੇ ਘਰੇ ਹੀ ਬਣਾ ਕੇ ਖਾਣੀ, ਬਾਹਰ ਰੈਸਟੋਰੈਂਟਾਂ 'ਚ ਜਾਣਾ, ਪੱਬਾਂ 'ਚ ਨਹੀਂ ਜਾਣਾ, ਜਾਂ ਕੋਈ ਹੋਰ ਐਂਟਰਟੇਨਮੈਂਟ ਦਾ ਕੋਈ ਸਾਧਨ ਨਹੀਂ। ਸੇਵਿੰਗ ਰੇਟ ਵੱਧ ਕੇ 200 ਬਿਲੀਅਨ ਤੋਂ ਵੀ ਈਵਨ ਉੱਪਰ ਹੋ ਗਿਆ, and that money will be coming in the economy, and that will create, look, situation ਇਹ ਆ ਕਿ ਜਦ ਗਵਰਨਮੈਂਟ ਵੱਲੋਂ ਇੰਨੀ ਸਟਿਮੂਲਸ ਪੈਕੇਜ ਦਿੱਤਾ ਜਾ ਰਿਹਾ, ਇੰਟਰਸਟ ਰੇਟ ਬੜਾ ਥੱਲੇ ਆ, and it looks like the inflation is coming, then the interest rate will start to go up। ਇਸ ਵੇਲੇ ਤਾਂ ਇਕੱਲੀ ਮੌਰਗੇਜ ਰੇਟ 1/4% ਅਪ ਗਿਆ, ਜਿਹਦਾ 5-year mortgage, and very soon I think ਜੇ ਬੌਂਡ ਮਾਰਕੀਟ ਇਸ ਹਿਸਾਬ ਨਾਲ ਚੱਲਦੀ ਰਹੀ, ਜੇ ਇਕਨੋਮੀ ਇਸ ਹਿਸਾਬ ਨਾਲ, I think it's gonna fire all cylinders, and ਜਿਹਦਾ 2009 ਤੋਂ ਬਾਅਦ ਇਕਨੋਮੀ, ਮੈਨੂੰ ਇਹ ਲੱਗਦਾ ਵੀ ਰੈਪੀਟੀਸ਼ਨ ਹੋ ਰਿਹਾ। 2009 ਤੋਂ ਬਾਅਦ ਵੀ ਇਕਨੋਮੀ ਕਿਦਾਂ roar back, and same way it's coming back, and inflation is coming back, interest rate is going up। I think people should get ready. The banks, they give the indication, they already start to tight the screw। ਹੁਣ ਜਿਹੜੇ ਬੰਦੇ ਬੋਲੀਆਂ ਦੇ ਕੇ ਘਰ ਲੈਂਦੇ ਆ, ਉਹਨਾਂ ਦੇ ਉੱਤੇ ਵੀ ਜਿਹੜੀਆਂ ਬੈਂਕਾਂ, they start to be careful। ਗੱਲ ਕੀਤੀ ਆ, ਬੈਂਕ ਦੀ ਗੱਲ ਕੀਤੀ ਆ। ਬੈਂਕ ਆਫ ਕੈਨੇਡਾ ਵੱਲੋਂ ਇੱਕ ਸਟੇਟਮੈਂਟ ਬੀਤੇ ਦਿਨੀ ਆਈ ਸੀ ਕਿ ਜਿਹੜੇ ਲੋਕ ਇਸ ਵਕਤ ਲੋਨ ਚੁੱਕ ਕੇ ਘਰਾਂ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਆ, ਰੀਅਲ ਏਸਟੇਟ ਦੀ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਆ, ਸੋਚ ਸਮਝ ਕੇ ਇਨਵੈਸਟਮੈਂਟ ਕਰਨ। ਇਸ ਵਕਤ ਅਸੀਂ ਦੇਖ ਲਈਏ, GTA ਵਿੱਚ ਹੀ ਦੇਖ ਲਈਏ, ਬਰੈਂਪਟਨ 'ਚ ਦੇਖ ਲਈਏ, ਤਾਂ ਘਰਾਂ ਨੂੰ ਈਜ਼ੀਲੀ ਹੱਥ ਨਹੀਂ ਲੱਗ ਪਾ ਰਿਹਾ। ਉਮੀਦ ਤੋਂ ਉੱਪਰ ਜਿਹੜੀਆਂ ਆਸਕਿੰਗ ਤੋਂ ਡਬਲ ਪ੍ਰਾਈਸ ਜਿਹੜੇ ਉੱਥੇ ਜਾ ਰਹੇ ਨੇ। ਤਾਂ ਇਹਦਾ ਕੀ ਕਾਰਨ ਹੈ? 15 ਦਿਨ ਪਹਿਲਾਂ ਮਾਰਕੀਟ ਵਿੱਚ ਘਰ ਆ ਜਾਂਦੇ ਨੇ, ਕਮਿੰਗ ਸੂਨ ਦੇ ਬੋਰਡਸ ਲੱਗ ਜਾਂਦੇ ਨੇ। ਦੇਖੋ, ਇਹ ਪਿਛਲੇ ਸਾਲ CMHC ਦੇ ਚੇਅਰਮੈਨ ਨੇ ਮਿਸਟਰ ਸੈਡਲ, ਉਹਨੇ ਕਿਹਾ ਸੀ ਕਿ ਘਰਾਂ ਦੀਆਂ ਕੀਮਤਾਂ ਵਿੱਚ 9 ਤੋਂ 18% ਕਟੌਤੀ ਹੋਊਗੀ, ਮਤਲਬ ਕੀਮਤਾਂ ਥੱਲੇ ਆਉਣਗੀਆਂ। ਹੋਇਆ ਇਹ ਤੋਂ ਆਪੋਜ਼ਿਟ, ਈਵਨ 20% ਤੋਂ ਵੀ ਉੱਪਰ ਕੀਮਤਾਂ ਵੱਧ ਗਈਆਂ। ਐਂਡ ਅਗੇਨ ਐਂਡ ਅਗੇਨ ਗਵਰਨਮੈਂਟ ਨੇ ਦੇ ਟਰਾਈ ਟੂ, ਜਿੱਦਾਂ ਫੋਰਨ ਵਾਇਰਸ ਨੂੰ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਟੈਕਸ ਲਾਇਆ ਤਾਂ ਕਿ ਜਿਹੜੀ ਮਾਰਕੀਟ ਹੈ ਕੂਲ ਡਾਊਨ ਹੋ ਸਕੇ, ਐਂਡ ਮੌਰਗੇਜ ਨੂੰ ਵੀ ਟਾਈਟ ਕਰਨਾ ਸ਼ੁਰੂ ਕਰਤਾ ਸੀ ਤਾਂ ਕਿ ਕੂਲ ਹੋ ਸਕੇ। ਪਰ ਇਹ ਨਹੀਂ ਹੋਈ। ਉਹ ਇਸ ਕਰਕੇ ਨਹੀਂ ਹੋਈ, ਬਿਗੇਸਟ ਫੈਕਟਰ ਹੈਗਾ ਆਈ ਥਿੰਕ ਲੋ ਇੰਟਰਸਟ ਰੇਟ। ਇਸ ਵੇਲੇ ਇੰਟਰਸਟ ਰੇਟ, ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ 0.25 ਆ। ਅੱਜ ਜੇ ਮੌਰਗੇਜ, ਤੁਸੀਂ ਵੇਰੀਏਬਲ ਮੌਰਗੇਜ ਲੈਣੀ ਹੋਵੇ ਤਾਂ ਤੁਹਾਨੂੰ 1.38 ਦੇ ਉੱਤੇ ਮਿਲਦੀ ਆ, 1.36 ਤੇ ਵੀ ਮਿਲਦੀ ਆ। ਜੇ ਤੁਸੀਂ 5 year ਦੀ ਮੌਰਗੇਜ, 1/4% ਗੋਨ ਅਪ, ਪਰ ਸਟਿਲ ਇਟ ਇਜ਼ ਨਾਟ ਦੈਟ ਮਚ ਅਪ। ਉਹ ਹੁਣ ਤੁਹਾਨੂੰ 1.96 ਔਰ ਆਲਮੋਸਟ 2% ਦੇ ਦੁਆਲੇ ਮਿਲਦੀ ਆ, ਐਂਡ ਇਟ ਸਟਾਰਟ ਟੂ ਗੋ ਅਪ। ਹੁਣ ਹੋਇਆ ਕੀ ਆ? ਇਹਦੇ 'ਚ ਬਹੁਤ ਸਾਰੇ ਫੈਕਟਰ ਆ। ਇੱਕ ਤਾਂ ਫੈਕਟਰ ਹੈਗਾ ਗਰੀਡ, ਦੂਸਰਾ ਫੈਕਟਰ ਹੈਗਾ ਫੀਅਰ। ਲੋਕਾਂ ਦੇ ਮਨ ਵਿੱਚ ਫੀਅਰ ਆ ਵੀ ਜੇ ਹੁਣ ਇੰਟਰਸਟ ਰੇਟ ਥੱਲੇ ਆ, ਜੇ ਇਸ ਵੇਲੇ ਅਸੀਂ ਜੇ ਨਾ ਘਰ ਲੈ ਸਕੇ ਤਾਂ ਗਾਂ ਸਾਰੀ ਉਮਰ ਸਾਤੋਂ ਲੈ ਨਹੀਂ ਹੋਣਾ ਹੈ। ਇਹ ਫੀਅਰ ਦੇ ਨਾਲ। ਤੀਸਰਾ ਫੈਕਟਰ ਹੈਗਾ ਸੇਲਜ਼ਮੈਨ, ਜਿਹੜੇ ਰੀਅਲ ਏਸਟੇਟ ਏਜੰਟ ਵੀ ਆ, ਉਹ ਘਰ ਕਿੱਦਾਂ ਵੇਚਦੇ ਆ, ਘਰ ਦੀ ਕੀਮਤ ਥੱਲੇ ਰੱਖ ਲਈ, ਉਹ ਤੋਂ ਬਾਅਦ ਜਿਹੜੀ ਬਿਡਿੰਗ ਵਾਰ ਕਰਾਉਣੀ, ਐਂਡ ਕਈ ਜਿਹੜੀਆਂ ਆਫਰਾਂ ਆ ਜਾਂਦੀਆਂ ਉਹਦੇ ਤੇ, ਆਲ ਕਾਈਂਡ ਆਫ ਥਿੰਗਸ। 4-5 ਫੈਕਟਰ ਹੈ ਜੀ। ਇੱਕ ਫੈਕਟਰ ਇਹ ਵੀ ਆ ਕਿ ਲਾਂਡਰਿੰਗ ਮਨੀ ਵੀ ਬਹੁਤ ਆ ਰਹੀ ਹੈ। ਲੀਗਲ ਐਂਡ ਇਲੀਗਲ ਮਨੀ ਬਾਹਰਲੇ ਦੇਸ਼ਾਂ ਤੋਂ, ਚਾਈਨਾ ਤੋਂ, ਇੰਡੀਆ ਤੋਂ, ਮਿਡਲ ਈਸਟ ਤੋਂ ਬੜੇ ਪੈਸੇ ਆ ਰਹੇ ਆ। ਐਂਡ ਕੈਨ ਯੂ ਇਮੈਜਿਨ, ਜਿੱਦਾਂ ਹੁਣ ਵੈਨਕੂਵਰ ਤੁਸੀਂ ਜਾਓ, ਜਿਹੜੇ 4-4 ਮਿਲੀਅਨ ਦੇ ਘਰ ਆ, ਚਾਈਨੀਜ਼ ਸਟੂਡੈਂਟ ਨੇ ਲਏ ਆ, ਉਹਦੇ ਵਿੱਚ ਕੋਈ ਰਹਿੰਦਾ ਵੀ ਨਹੀਂ। ਇਸੇ ਕਰਕੇ ਪਿਛਲੇ ਸਾਲ ਐਂਡ 1 ਸਾਲ ਤੋਂ ਪਹਿਲਾਂ ਵੀ ਗਵਰਨਮੈਂਟ ਵਾਸ
Ontario government and BC government forced to plug that loophole. ਹੁਣ ਤਾਂ ਉੱਥੇ BC ਨੇ ਕਰਤਾ 20%, Ontario ਦੇ ਵਿੱਚ ਹੈਗਾ 15% ਔਨ ਫੋਰਨ ਬਾਇਰਸ ਦੇ ਉੱਤੇ, ਪਰ ਸਟਿਲ ਇਟ ਇਜ਼ ਨਾਟ ਇਨਫ। ਐਂਡ ਖਾਸ ਤੌਰ ਤੇ ਜਿਹੜੇ ਇੱਥੇ ਦੇ ਆ, ਇੱਥੇ ਵੀ ਇੱਕ ਫੈਕਟਰ ਇਹ ਵੀ ਹੈਗਾ ਕਿ ਜੇ ਜਿੱਦਾਂ ਮੇਰੇ ਕੋਲ ਘਰ ਆ, ਮੇਰੇ ਘਰ ਦੀ ਕੀਮਤ ਵੀ ਵੱਧ ਗਈ, ਤੇ ਮੈਂ ਇਹ ਕਹਿੰਦਾ ਵੀ ਜੇ ਮੇਰੇ ਘਰ ਦੀ ਕੀਮਤ 8 ਲੱਖ ਆ, ਮੈਂ 5 ਲੱਖ ਦਾ ਲਿਆ ਸੀ, ਗਾਂ ਮੈਂ 2-3 ਲੱਖ ਦੇ ਕੇ ਹੋਰ ਬੜਾ ਘਰ ਲੈ ਲਵਾਂ, ਇਹ ਵੀ ਫੈਕਟਰ ਹੈ। ਪਰ ਇਹ ਕਿੰਨਾ ਕੁ ਚਿਰ ਕੰਮ ਚੱਲਦਾ ਰਹੂ, ਇਹਦੇ ਬਾਰੇ ਵਾਰ-ਵਾਰ ਵਾਰਨਿੰਗਸ ਫਾਈਨਾਂਸ ਮਿਨਿਸਟਰ ਆਫ ਕੈਨੇਡਾ ਨੇ ਪਿਛਲੇ ਹਫਤੇ ਵਾਰਨਿੰਗ ਦਿੱਤੀ ਆ। ਉਹਨੇ ਕਿਹਾ ਕਿ ਪੀਪਲ ਹੈਵ ਟੂ ਬੀ ਵੈਰੀ ਕੇਅਰਫੁਲ, ਜੇ ਇੰਟਰਸਟ ਰੇਟ ਅਪ ਜਾਣਾ ਸ਼ੁਰੂ ਹੋ ਗਿਆ, ਜਾਂ ਇੱਕ ਦਿਨ ਤਾਂ ਜਾਣਾ ਹੀ ਆ ਜੀ, ਕਿਉਂਕਿ ਜਿਸ ਹਿਸਾਬ ਦੇ ਨਾਲ ਇਕਨੋਮੀ ਅਪ ਜਾ ਰਹੀ ਆ, GDP ਅਪ ਜਾ ਰਹੀ ਆ। ਇਹ ਕਹਿ ਰਹੇ ਆ ਕਿ ਜਿਹੜੇ ਬੈਂਕ ਆਫ ਮੌਂਟਰੀਅਲ ਦੇ ਇਕਨੋਮਿਸਟ ਇਹ ਕਹਿ ਰਹੇ ਆ ਕਿ this year will be over 6% GDP, and they hoy that we're going to create inflation, then the government will be forced to jack up the interest rate. ਕੀਤੀ ਆ ਕਿ ਘਰਾਂ ਦੀਆਂ ਕੀਮਤਾਂ ਦੀ ਆਪਾਂ ਇਸ ਵਕਤ ਗੱਲ ਕਰ ਰਹੇ ਹਾਂ ਸਰ, ਇਹਦੇ ਵਿੱਚ ਹੁਣ ਪ੍ਰੋਵਿੰਸ਼ੀਅਲ ਜਾਂ ਫਿਰ ਜੇ ਫੈਡਰਲ ਗਵਰਨਮੈਂਟ ਦੀ ਗੱਲ ਕੀਤੀ ਜਾਵੇ, ਹਾਊਸਿੰਗ ਪਲਾਨ ਨੂੰ ਲੈ ਕੇ ਉਹ ਨਹੀਂ ਕੁਝ ਕਰ ਸਕਦੇ, ਕਿਉਂਕਿ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਜਾਂ ਤਾਂ ਇਹ ਹੋ ਚੁੱਕਿਆ ਕਿ ਮਾਰਕੀਟ ਦੇ ਵਿੱਚ ਇਸ ਵਕਤ ਇੰਨੇ ਹਾਊਸ ਅਵੇਲੇਬਲ ਨਹੀਂ ਹੈਗੇ, ਜਦਕਿ ਲੋਕਾਂ ਦਾ ਇੰਟਰਸਟ ਜ਼ਿਆਦਾ ਅਵੇਲੇਬਲ ਹੋ ਚੁੱਕਿਆ। ਦੂਜੀ ਗੱਲ ਇਹ ਹੈ ਕਿ ਕੀ ਸਰਕਾਰ ਇਸ ਦੇ ਮਾਮਲੇ ਵਿੱਚ ਇਹ ਨਹੀਂ ਕਰ ਸਕਦੀ ਹੈਗੀ ਕਿ ਇੱਕ ਪਰਸਨ ਦੇ ਉੱਤੇ, ਇੱਕ ਫੈਮਿਲੀ ਦੇ ਉੱਤੇ ਲਿਮਿਟ ਕੀਤੀ ਜਾਵੇ ਕਿ ਇਸ ਤੋਂ ਜ਼ਿਆਦਾ ਉਹ ਘਰ ਵੇਚ ਜਾਂ ਖਰੀਦ ਨਹੀਂ ਸਕਦੇ ਹੈਗੇ? ਦੇਖੋ, ਗਵਰਨਮੈਂਟ ਕੋਲ ਤਾਂ ਬਹੁਤ ਸਾਰੇ ਟੂਲਸ ਆ, ਦੇ ਕੈਨ ਡੂ ਇਟ। ਉਹ ਇਹ ਵੀ ਨਹੀਂ ਚਾਹੁੰਦੇ ਵੀ ਮਾਰਕੀਟ ਨੂੰ ਅਸੀਂ ਸਲੋ ਕਰਕੇ ਕਿਲ ਕਰ ਦਈਏ। ਦੇ ਆਰ ਵੈਰੀ ਕੇਅਰਫੁਲ, ਦੇ ਆਰ ਵਾਚਿੰਗ ਵੈਰੀ ਕੇਅਰਫੁਲ। ਹੁਣ ਜਿਹੜੀ ਤੁਸੀਂ ਸਪਲਾਈ ਦੀ ਗੱਲ ਕੀਤੀ ਆ, ਵੈਲ ਇਟ ਇਜ਼ ਟਰੂ। ਮੈਨੂੰ ਪਤਾ ਨਹੀਂ ਟੋਰਾਂਟੋ ਦੀ ਪਾਪੂਲੇਸ਼ਨ ਕਿੰਨੀ ਹੈ, 2 ਮਿਲੀਅਨ ਹੈ, ਓਵਰ 2 ਮਿਲੀਅਨ। ਐਂਡ ਤੁਹਾਨੂੰ ਪਤਾ ਵੀ ਇਸ ਵੇਲੇ ਮਾਰਕੀਟ ਵਿੱਚ ਘਰ ਕਿੰਨੇ ਆ, ਸਿਰਫ 80,000 ਆ ਸਾਰੇ ਟੋਰਾਂਟੋ 'ਚ। ਸੋ ਉਹਦੇ ਤੇ ਜਿਹੜੀ ਦੌੜ ਆ ਲੱਗੀ, ਇਨਵੈਂਟੋਰੀ ਘੱਟ ਆ, ਪਾਪੂਲੇਸ਼ਨ ਜ਼ਿਆਦਾ ਆ। ਹਾਲੇ ਤਾਂ ਤੁਸੀਂ ਵੇਟ ਕਰੋ, ਜਿੱਦਣ ਇਮੀਗ੍ਰੇਸ਼ਨ ਖੁੱਲ੍ਹ ਗਈ, ਜਿੱਦਣ ਫੋਰਨ ਸਟੂਡੈਂਟ ਆਉਣੇ ਸ਼ੁਰੂ ਹੋ ਗਏ। ਹੁਣ ਜਿਹੜੇ ਫੋਰਨ ਸਟੂਡੈਂਟ ਦੇ ਨਾ ਆਉਣ ਕਰਕੇ ਟੋਰਾਂਟੋ 'ਚ ਵੈਕੈਂਸੀ ਰੇਟ ਕਿੰਨਾ ਹਾਈ ਚਲੇ ਗਿਆ। ਐਂਡ ਜਿਹੜੇ ਹਾਲੇ ਇਮੀਗ੍ਰਾਂਟਸ ਨਹੀਂ ਆ ਰਹੇ, ਕਿਉਂਕਿ ਇਸ ਸਾਲ ਕੈਨੇਡਾ ਸਰਕਾਰ, ਲੱਗਦਾ ਮੈਨੂੰ, ਆਪਾਂ ਕਿਸੇ ਦਿਨ ਇਮੀਗ੍ਰੇਸ਼ਨ ਦੇ ਉੱਤੇ ਘੰਟਾ ਲਾਵਾਂਗੇ, ਇਮੀਗ੍ਰੇਸ਼ਨ ਦੇ ਉੱਤੇ ਵੀ ਗੱਲ ਕਰਾਂਗੇ। ਇਮੀਗ੍ਰਾਂਟਸ ਕਿੰਨੇ ਇੰਪੋਰਟੈਂਟ ਹੈ ਫਾਰ ਦਿਸ ਕੰਟਰੀ। ਐਂਡ ਕੈਨੇਡਾ ਸਰਕਾਰ ਆਲਮੋਸਟ ਪੈਨਿਕ ਹੋਈ ਪਈ ਆ, ਕਿਉਂਕਿ ਜਿਹੜੀ ਗਰੋਥ ਆ, ਇਮੀਗ੍ਰਾਂਟਸ ਦੇ ਆਉਣ ਨਾਲ ਗਰੋਥ ਵੱਧਦੀ ਆ ਕੈਨੇਡਾ ਦੀ, ਜਿਹਦੇ ਕਰਕੇ ਹਕੂਮਤ, ਗਵਰਨਮੈਂਟਸ, ਦੇ ਆਰ ਵੈਰੀ ਵਰੀਡ ਐਂਡ ਦੇ ਆਰ ਓਪਨਿੰਗ ਦੀ ਡੋਰਸ ਫਾਰ ਕੈਨੇਡਾ। ਐਂਡ ਨੈਕਸਟ ਈਅਰ ਤੋਂ 4 ਲੱਖ ਤੋਂ ਜ਼ਿਆਦਾ ਲੋਕੀ ਇਹਨਾਂ ਨੇ ਮੰਗਾਉਣੇ ਆ, ਮਤਲਬ 1% ਆਫ ਪਾਪੂਲੇਸ਼ਨ। So ਇਹ ਜਿਹੜੇ they are watching the housing industry, they're giving the warning, they have all kind of tools, but they don't want to use it. And now they are waiting. If the interest rate will go up, that will kill the housing industry, that will slow the housing industry by itself. ਪਰ ਹੋਇਆ ਇਹ ਤੋਂ ਉਲਟਿਆ, ਕਿਉਂਕਿ ਇਕਨੋਮੀ ਦੇ ਵਿੱਚ ਜਾਨ ਹੈ ਨਹੀਂ। ਇਹਨਾਂ ਇਸ ਹਿਸਾਬ ਦੇ ਜਿੰਨੇ ਇਹਨਾਂ ਨੇ ਸਟਿਮੂਲਸ ਪੈਕੇਜ ਲਿਆਂਦੇ ਆ, ਜੇ interest rate, government ਵੀ ਫਸੀ ਪਈ ਹੈ। they do it damn, they don't do it damn. If they increase the interest rate, then they will, ਇਕੱਲੇ ਹਾਊਸਿੰਗ ਇੰਡਸਟਰੀ ਨਹੀਂ, ਹੋਰ ਬਹੁਤ ਸਾਰੀ ਇੰਡਸਟਰੀ, they can't afford it, economy can't afford it, ਕਿਉਂਕਿ ਇਸ ਵੇਲੇ ਜਿਹੜਾ ਡੈਟ ਆ, ਤਰਨਜੀਤ ਜੀ, ਇਸ ਵੇਲੇ ਜਿਹੜਾ ਡੈਟ ਆ, ਡੈਫਿਸਿਟ ਆ, ਡੈਫਿਸਿਟ will not allow to the governments to increase the dividend and not to increase the interest rate. ਇਸ ਵੇਲੇ ਜਿਹੜਾ ਫੈਡਰਲ ਗਵਰਨਮੈਂਟ ਆ, ਉਹਨਾਂ ਸਿਰ ਡੈਫਿਸਿਟ ਓਵਰ $400 ਬਿਲੀਅਨ ਐਂਡ ਜਿਹੜਾ ਡੈਟ ਆ 1.1 ਟ੍ਰਿਲੀਅਨ ਤੋਂ ਵੀ ਉੱਪਰ ਟੱਪ ਗਿਆ। ਐਂਡ ਕਿੰਨਾ ਉਹਦੇ ਤੇ ਇੰਟਰਸਟ। ਐਂਡ ਓਨਟੇਰੀਓ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟਸ ਆ, ਉਹ ਵੀ ਘੱਟ ਨਹੀਂ, ਉਹਨਾਂ ਦੇ ਸਿਰ ਜਿਹੜਾ ਡੈਟ ਆ ਇਸ ਵੇਲੇ, ਜਿਹੜਾ ਓਨਟੇਰੀਓ ਸਿਰ ਆ 36.5 ਬਿਲੀਅਨ ਡਾਲਰਸ, ਜੋ ਕਿ ਇਹਨਾਂ ਨੇ ਗਵਰਨਮੈਂਟ ਫੋਰਡ ਨੇ ਉਦੋਂ ਜਦੋਂ ਇਹਨਾਂ ਨੇ ਦੇ ਕੇਮ ਇਨ ਪਾਵਰ, ਦੇ ਸੈਡ ਵੀ ਗੋਣਾ ਬੈਲੈਂਸ ਦੀ ਬੁੱਕਸ, ਕਿਉਂਕਿ COVID-19 ਕਰਕੇ, ਖਰਚੇ ਕਰਕੇ ਇਹ ਕਿਹਾ ਜਾ ਰਿਹਾ ਕਿ ਸਾਡਾ ਡੈਫਿਸਿਟ ਵੱਧ ਗਿਆ। ਡੈਫਿਸਿਟ ਵਧਣ ਦੇ ਨਾਲ ਡੈਟ ਵੀ ਵਧਿਆ।
ਜਿਹੜਾ ਇਹ ਡੈਫਿਸਿਟ ਐਂਡ ਡੈਟ ਕਰਕੇ ਗਵਰਨਮੈਂਟਾਂ ਵਿੱਚ ਜਾਨ ਹੈ ਨਹੀਂ। ਦੇ ਵਾਂਟ ਟੂ ਇਨਕਰੀਜ਼ ਦੀ ਇੰਟਰਸਟ ਰੇਟ ਬਟ ਦੇ ਕੈਨਟ ਇਨਕਰੀਜ਼ ਦੀ ਇੰਟਰਸਟ ਰੇਟ। ਜਿਵੇਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਵਿੱਚ ਇਹ ਪੋਸੀਬਿਲਿਟੀ ਮੰਨੀ ਜਾ ਰਹੀ ਹੈ ਕਿ ਇੰਟਰਸਟ ਰੇਟ ਜਿਹੜਾ ਆ ਉਹ ਵਧੇਗਾ, ਪਰ ਫਿਰ ਇੱਕ ਆਮ ਇਨਸਾਨ ਦੀ ਗੱਲ ਕਰੀਏ, ਕਾਮਨ ਮੈਨ ਦੀ ਗੱਲ ਕਰੀਏ ਤਾਂ ਉਹਦੇ ਲਈ ਤਾਂ ਘਰ ਖਰੀਦਣਾ ਹੁਣ ਵੀ ਮੁਸ਼ਕਿਲ ਆ, ਅੱਗੇ ਵੀ ਮੁਸ਼ਕਿਲ ਹੋ ਜਾਊਗਾ। ਫਿਰ ਘਰ ਖਰੀਦਣ ਦਾ ਸਹੀ ਸਮਾਂ ਹੈ ਕਿਹੜਾ? ਜੇ ਹੁਣ ਦੀ ਗੱਲ ਕੀਤੀ ਜਾਵੇ, ਹੁਣ ਵੀ ਕੀਮਤਾਂ ਅਸਮਾਨ ਛੂ ਰਹੀਆਂ ਨੇ, ਅੱਗੇ ਜਾ ਕੇ ਜੇ ਇੰਟਰਸਟ ਰੇਟ ਵੱਧਦੀ ਆ ਤਾਂ ਉਹ ਮੌਰਗੇਜ ਉਹਨਾਂ ਨੂੰ ਕੱਢਣੀ ਮੁਸ਼ਕਿਲ ਹੋ ਜਾਣੀ ਆ। ਸੋ ਅਜਿਹੇ ਵਿੱਚ ਕੀ ਕੀਤਾ ਜਾਵੇ? ਤਰਨਜੀਤ ਜੀ, ਦੈਟਸ $1 million ਕੁਐਸਚਨ। ਇਸੇ ਕਰਕੇ ਜਿਹੜਾ ਫਾਈਨਾਂਸ ਮਿਨਿਸਟਰ ਆਫ ਕੈਨੇਡਾ ਉਹਦੇ ਵੱਲੋਂ ਵਾਰਨਿੰਗ, CMSC ਦੇ ਚੇਅਰਮੈਨ ਵੱਲੋਂ ਵਾਰਨਿੰਗ ਆਫਟਰ ਵਾਰਨਿੰਗ ਆ ਰਹੀ ਹੈ। ਇਸ ਵੇਲੇ ਜਿਹੜਾ ਡੈਟ ਆ, ਮੌਰਗੇਜ ਡੈਟ 177 ਟੂ ਦੀ GDP, ਜਿਹੜਾ ਆਈ ਡੋਂਟ ਨੋ, ਜਦੋਂ ਪਟਾਕਾ ਪਿਆ ਅਮਰੀਕਾ ਦੇ ਵਿੱਚ ਉਹ 150 ਤੇ ਪਿਆ ਸੀ। ਐਂਡ ਐਵਰੀਬਾਡੀ ਇਜ਼ ਵੈਰੀ ਵਰੀਡ, ਐਂਡ ਕਿਉਂਕਿ ਲੋਕਾਂ ਨੇ ਇੰਨੀਆਂ ਮੌਰਗੇਜ ਲਈ ਜਾ ਰਹੇ ਆ ਵਿਦਆਊਟ, ਜੇ ਕੱਲ੍ਹ ਨੂੰ ਕਿਸੇ ਦੀ ਜੌਬ ਲੂਜ਼ ਹੋ ਜਾਏ। ਐਂਡ ਪਹਿਲਾਂ ਤਾਂ $1 million ਤੁਸੀਂ ਕਦੋਂ ਉਤਾਰਨਾ? ਜੇ ਮੌਰਗੇਜ ਥੱਲੇ ਆ ਤਾਂ ਉਨੀ ਪ੍ਰਾਈਵੇਸੀ ਤਾਂ ਆਪੇ ਹੀ ਆ। ਤੋ ਇਸ ਲਈ ਦੈਟਸ $1 million ਕੁਐਸਚਨ। ਇਹ ਵੀ ਇੱਕ ਸਰਵੇ ਸਾਹਮਣੇ ਆਇਆ ਸੀ ਕਿ ਪਿਛਲੇ ਸਾਲ 2020 ਦੇ ਵਿੱਚ ਅਗਸਤ ਸਤੰਬਰ ਦੇ ਵਿੱਚ ਜਿਹੜੇ ਘਰ ਵਿਕੇ ਸੀ, ਮੋਸਟ ਆਫ ਦਾ ਘਰਾਂ ਦੀ ਕੀਮਤ ਜਿਹੜੀ ਉਹ 1 ਮਿਲੀਅਨ ਦੇ ਤੋਂ ਉੱਪਰ ਜਿਹੜਿਆ ਘਰਾਂ ਦੀ ਕੀਮਤ ਗਈ ਆ, ਹਾਲਾਂਕਿ ਉਹਨਾਂ ਦੀ ਇੰਨੀ ਕੀਮਤ ਨਹੀਂ ਸੀਗੀ। ਸਰ, ਜੌਬਲੈਸ ਲੋਕੀ ਹੋ ਰਹੇ ਨੇ, ਅਜਿਹੇ ਵਿੱਚ ਮਿਲੀਅਨ ਡਾਲਰ ਦੇ ਘਰ ਖਰੀਦੇ ਜਾ ਰਹੇ ਨੇ। ਪੈਂਡੈਮਿਕ ਵਰਗੇ ਹਾਲਾਤਾਂ 'ਚ ਇਹ ਹਾਲਾਤ ਆਉਣ ਵਾਲੇ ਸਮੇਂ ਵਿੱਚ ਤਾਂ ਹਾਲਾਤ ਇਸ ਤੋਂ ਬੇਕਾਬੂ ਹੋਣਗੇ। ਅੱਜ ਦੀ ਜਿਹੜੀ ਹਾਲਤ ਆ, ਜਿਹੜੀ ਕੱਲ ਰਿਪੋਰਟ ਆਈ ਆ, ਟੋਰਾਂਟੋ 'ਚ 1,45,000 ਦਾ ਘਰ ਹੋ ਗਿਆ। ਰਾਈਟ, ਇਹ ਤਾਂ ਹੁਣ ਥੱਲੇ ਇਦਾਂ ਲੱਗਦਾ ਮਿਲੀਅਨ ਬਹੁਤ ਛੋਟਾ ਹੋ ਗਿਆ। ਐਂਡ ਇਹਦੇ ਬਾਰੇ ਬੜੇ ਫਿਕਰਮੰਦੀ ਆ। ਕੱਲ ਨੂੰ ਸਾਡੇ ਜਿਹੜੇ ਨਿਆਣੇ ਆ, ਸਾਡੇ ਗਾਂ ਜਿਹੜੇ ਬੱਚੇ ਆ, ਆਰ ਦੇ ਗੋਨਾ ਬੀ ਏਬਲ ਟੂ ਬਾਈ ਹਾਊਸ? ਇਟਸ ਵੈਰੀ ਡਿਫਿਕਲਟ। ਇਸੇ ਕਰਕੇ ਪਿਛਲੇ ਸਾਲਾਂ 'ਚ ਇੱਕ ਟ੍ਰੈਂਡ ਆਇਆ ਸੀ, ਜਿਹੜੀ ਯੂਥ ਆ, ਇੱਥੇ ਦੀ ਯੂਥ ਸਟੂਡੈਂਟਸ ਆ ਜਾਂ ਕੋਈ ਫਸਟ ਬਾਇਰਸ ਆ, ਦੇ ਕੈਂਟ ਅਫੋਰਡ ਟੂ ਬਾਈ ਹਾਊਸ। ਉਹਨਾਂ ਨੇ ਕੰਡੋਮੀਨੀਅਮ ਲੈਣੇ ਸ਼ੁਰੂ ਕਰਤੇ ਸੀ ਟੋਰਾਂਟੋ। ਤੁਹਾਨੂੰ ਪਤਾ ਵੀ ਟੋਰਾਂਟੋ ਫਿਰ ਕੰਡੋਮੀਨੀਅਮ ਦੀ ਕੀਮਤ ਕਿੰਨੀ ਹੋ ਗਈ ਸੀ। ਆ ਤਾਂ COVID-19 ਕਰਕੇ ਉੱਥੇ ਸਾਰਾ ਬਿਜ਼ਨਸ ਬੰਦ ਹੋ ਗਿਆ ਕਰਕੇ ਹੁਣ ਉੱਥੇ ਵੈਕੈਂਸੀ ਰੇਟ 7.6% ਵੈਕੈਂਸੀ ਰੇਟ ਟੋਰਾਂਟੋ 'ਚ ਹੋਣ ਕਰਕੇ ਕੰਡੋਮੀਨੀਅਮ ਦੀ ਕੀਮਤ ਥੱਲੇ ਆਈ ਆ। ਅਦਰਵਾਈਜ਼ ਇਟ ਵਾਸ ਗੋਇੰਗ ਅਪ। ਹੁਣ ਇਹ ਖੁਆਇਸ਼ ਹਰ ਬੰਦੇ 'ਚ ਹੈ। ਇਹ ਪਹਿਲਾਂ ਇਹ ਪ੍ਰਿਡਿਕਟ ਕਰਦੇ ਸੀ ਵੀ ਪਰਹੈਪਸ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਇਹ ਇਹਨਾਂ ਦੇ ਵਿੱਚ ਅਪਾਰਟਮੈਂਟਾਂ ਦੇ ਵਿੱਚ ਹੀ ਰਹੂ, ਕੰਡੋਮੀਨੀਅਮ ਦੇ ਵਿੱਚ ਹੀ ਰਹੂ। ਪਰ ਨਾਓ ਆਈ ਥਿੰਕ ਐਵਰੀਬਾਡੀ ਵਾਂਟਸ, ਚਾਹੁੰਦੇ ਆ ਵੀ ਅਸੀਂ ਵਿਆਹ ਕਰਾਈਏ, ਅਸੀਂ ਸੈਟਲ ਹੋਈਏ, ਸਾਨੂੰ ਚੰਗੀ ਜੌਬ ਹੋਵੇ, ਸਾਡੇ ਬੱਚੇ ਹੋਣ। ਜਿਹੜੇ ਬੱਚੇ ਆ ਉਹ ਅਪਾਰਟਮੈਂਟ 'ਚ 23ਵੀਂ ਫਲੋਰ ਦੇ ਉੱਤੇ ਨਾ ਰਹਿਣ, ਜਿਹਦਾ ਜੇਲ੍ਹ ਵਿੱਚ ਹੁੰਦੇ ਆ। ਉਹਨਾਂ ਨੂੰ ਬੈਕਯਾਰਡ ਚਾਹੀਦਾ, ਉਹਨਾਂ ਨੂੰ ਉੱਪਰ ਸਪੇਸ ਚਾਹੀਦਾ, ਉਹਨਾਂ ਨੂੰ ਘਰ ਚਾਹੀਦਾ। ਤੋ ਉਹਦੇ ਕਰਕੇ ਇੱਕ ਇਹ ਵੀ ਦੌੜ ਆ, ਜਿਹੜਾ 2-3 ਗੱਲਾਂ ਹੋ ਰਹੀਆਂ। ਜਿਹੜਾ ਗਰੀਡ ਹੈ ਨਾ, ਗਰੀਡ, ਦੂਸਰਾ ਫੀਅਰ, ਤੀਸਰਾ ਲੋ ਇੰਟਰਸਟ ਰੇਟ, ਰਾਈਟ, ਐਂਡ ਚੌਥਾ ਹੈਗਾ ਜਿਹੜੀ ਬਾਹਰੋਂ ਮਨੀ, ਲੀਗਲ ਤੇ ਇਲੀਗਲ ਮਨੀ ਆ ਰਹੀ ਹੈ। ਇਹ that many factors are playing the role. ਹਾਊਸਿੰਗ ਬੋਰਡ ਦੀ ਗੱਲ ਕੀਤੀ ਜਾਵੇ ਇਸ ਵਕਤ, ਕੀ ਇਹ ਵਾਕਈ ਇੱਕ ਮਾਫੀਆ ਬਣ ਚੁੱਕਿਆ ਵਾ? ਇਹਦੇ ਵਿੱਚ ਜਿਵੇਂ ਬਿਲਡਰਸ ਆਪਦੀ ਮੋਨੋਪੋਲੀ ਚਲਾ ਰਹੇ ਨੇ, ਜਾਂ ਫਿਰ ਗਵਰਨਮੈਂਟ ਇਹਦੇ ਵਿੱਚ ਕੋਈ ਆਪਣਾ ਪਲਾਨ ਲੈ ਕੇ ਆ ਸਕਦੀ ਆਉਣ ਵਾਲੇ ਸਮੇਂ ਵਿੱਚ? ਕੀ ਲੱਗਦਾ ਆ ਕਿ ਜੇਕਰ ਇਸ ਚੀਜ਼ ਨੂੰ ਥੋੜਾ ਜਿਹਾ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜਾਂ ਫਿਰ ਸਰਕਾਰ ਨੂੰ ਲੱਗਦਾ ਕਿ ਕਿਤੇ ਇਹ ਇੰਡਸਟਰੀ ਦੇ ਵਿੱਚ ਵੀ ਕੋਈ ਜੌਬ ਲਾਸ ਹੋਣਾ ਨਾ ਸ਼ੁਰੂ ਹੋ ਜਾਵੇ, ਲੋਕਾਂ ਦੀਆਂ ਜੌਬਸ ਤਾਂ ਜਾਣੀਆਂ ਹੋ ਜਾਣ, ਇਸ ਲਈ ਰੀਅਲ ਸਟੇਟ ਮਾਰਕੀਟ ਨੂੰ ਹਜੇ ਹੱਥ ਨਹੀਂ ਲਾ ਰਹੀ? ਦੇਖੋ, ਜਿਹੜੀ ਗਵਰਨਮੈਂਟ ਹੈ, ਗਵਰਨਮੈਂਟ ਕੈਨ ਡੂ ਐਨੀਥਿੰਗ, ਬਟ ਇਟਸ ਅ ਡੈਮੋਕ੍ਰੇਸੀ। ਡੈਮੋਕ੍ਰੇਸੀ 'ਚ ਇਹਨਾਂ ਨੂੰ ਵੋਟਾਂ ਵੀ ਚਾਹੀਦੀਆਂ ਨਾ। ਉਹ ਵੋਟਾਂ ਲੈਣ ਕਰਕੇ ਦੇ ਆਰ ਰਿਲੈਕਟੈਂਟ, ਦੇ ਡੋਨਟ ਵਾਂਟ ਟੂ ਟੇਕ ਐਨੀ ਇਦਾਂ ਦੇ ਸਟੈਪਸ ਜਿਹੜੇ ਬੈਕਫਾਇਰ ਹੋਵੇ, ਜਿਹੜੇ ਕਿ ਉਹਨਾਂ ਨੂੰ ਫਿਰ ਆਨਸਰ ਕਰਨਾ ਪਵੇ। ਪਰ ਜਿਹੜੇ ਲੋਕੀ ਆ, ਮੈਂ ਇਹ ਸਮਝਦਾ ਵੀ ਲੋਕਾਂ ਨੂੰ, ਜਿਹੜੇ ਪੋਲੀਟੀਸ਼ੀਅਨਸ ਆ, ਜਦੋਂ ਇਲੈਕਸ਼ਨਾਂ ਹੁੰਦੀਆਂ, ਇਹ ਜਿਹੜੇ ਕੁਐਸਚਨ ਤੁਸੀਂ ਰੇਜ਼ ਕੀਤੇ ਆ, ਇਹ ਕੁਐਸਚਨ ਜਦੋਂ ਤੁਹਾਡੇ ਡੋਰ ਆ ਕੇ ਨੌਕ ਕਰਦੇ ਆ ਪੋਲੀਟੀਸ਼ੀਅਨਸ, ਮੈਂਬਰ ਆਫ ਪਾਰਲੀਮੈਂਟ ਜਿਹੜੇ ਖੜੇ ਹੁੰਦੇ ਆ, ਉਹਨਾਂ ਨੂੰ ਕਰਨੇ ਚਾਹੀਦੇ ਆ। ਇਹ ਇਕੱਲੇ ਜਿਹੜੇ ਆ ਹੁਣ ਦੇ ਮੈਂਬਰ ਆਫ ਪਾਰਲੀਮੈਂਟ ਇੱਥੋਂ ਗਏ ਆ, ਤਾਂ ਉੱਥੇ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ, ਇਕੱਲੇ ਸਿਰ ਪ੍ਰਧਾਨ ਮੰਤਰੀ ਦੇ ਪਿੱਛੇ ਹੱਥ ਖੜਾ ਹੀ ਕਰਦੇ ਆ। ਜੇ ਇਹਨਾਂ ਤੇ ਕੋਈ ਕੁਐਸਚਨ ਕਰੋ, ਦੇ ਡੋਂਟ ਨੋ ਐਨੀਥਿੰਗ। ਸੋ ਇਹ ਕੁਐਸਚਨ ਉਹਨੂੰ ਕਰਨੇ ਚਾਹੀਦੇ ਆ ਕਿ ਕੱਲ ਨੂੰ ਸਾਡੇ ਨਿਆਣੇ ਕਿੱਥੋਂ ਘਰ ਲੈ ਲੈਣਗੇ?
ਹਾਊ ਕੈਨ ਦੇ ਅਫੋਰਡ ਇਟ ਐਂਡ ਦੇ ਸ਼ੁੱਡ ਬਾਕੀ ਜਿਹੜਾ ਤੁਸੀਂ ਕਿਹਾ ਰੀਅਲ ਸਟੇਟ ਇਟ ਇਜ਼ ਕਰੈਕਟ। ਸਭ ਤੋਂ ਵੱਧ ਇਸ ਵੇਲੇ ਜਿਹੜੇ ਰੀਅਲ ਸਟੇਟ ਮੈਂ ਹੁਣ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਤੁਹਾਡੇ ਬਹੁਤ ਸਾਰੇ ਕਲਾਇੰਟ ਵੀ ਰੀਅਲ ਸਟੇਟ ਵਾਲੇ ਹੋਣਗੇ। ਜਿਹੜੇ ਰੀਅਲ ਸਟੇਟ ਵਾਲੇ ਉਹ ਵੀ ਤਾਂ ਜਿਹੜਾ ਗਰੀਡ ਆ ਤੇ ਫੀਅਰ ਕ੍ਰੀਏਟ ਕਰਦੇ ਆ। ਉਹ ਇਹ ਕਹਿੰਦੇ ਆ ਜੀ ਤੁਸੀਂ ਇੰਨੇ ਦਾ ਘਰ ਲੈ ਲਓ, ਇਹ ਅਗਲੇ ਸਾਲ 5 ਲੱਖ ਵੱਧ ਜਾਣਾ ਹੈ। ਉਹ ਬੈਠੇ ਬਿਠਾਏ ਉਹ ਫਿਰ ਨਾਲ ਇਹ ਵੀ ਕਹਿੰਦੇ ਆ ਉਹਨਾਂ ਨੇ ਤਾਂ ਇਦਾਂ ਕਰ ਦਿੱਤਾ, ਗਰੋਸਰੀ ਲੈਣੀ ਹਲੇ ਅਸੀਂ ਉਹਦੇ ਲਈ ਸੇਲ ਦੇਖਦੇ ਆ, ਘਰ ਨੂੰ ਤਾਂ ਉਹ ਕਹਿੰਦੇ ਮੈਂ ਫਲਾਣੇ ਹੋਟਲ 'ਚ ਬੈਠਾ, ਮੇਰੇ ਕੋਲ ਮੈਪ ਆ ਤੇ ਤੁਸੀਂ 2 ਆਇਡੈਂਟੀਟੀਆਂ ਲੈ ਆਓ ਤੇ ਆਪਣਾ ਚੈੱਕ ਬੁੱਕ ਨਾਲ ਲੈ ਆਓ। ਸੋ ਉਹ ਬੰਦੇ ਕਈ ਆਈ ਡੋਂਟ ਨੋ ਕਿਹੜੇ ਬੰਦੇ ਜਾ ਕੇ ਵਿਦਆਊਟ ਇਨਵੈਸਟੀਗੇਸ਼ਨ ਵਿਦਆਊਟ ਆਪਣੇ ਜਿਹੜੇ ਸਰਕਮਸਟੈਂਸਸ ਆ ਉਹਨਾਂ ਤੋਂ ਦੇਖੇ ਬਿਨਾ ਆਪਣੇ ਪੈਰ ਪਸਾਰੋ, ਦੇਖ ਕੇ ਆਪਣੇ ਪੈਰ ਪਸਾਰਨੇ ਚਾਹੀਦੇ ਆ। ਦੇਖੋ ਮੈਨੂੰ ਇੱਥੇ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ। ਮੈਂ ਜੀ ਢੀਂਡਸਾ ਜੀ ਇੱਕ ਦਰਸ਼ਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਬੋਰਾ ਮਤੰਦ ਜੀ ਸਰ। ਮੈਂ ਢੀਂਡਸਾ ਸਾਹਿਬ ਤੋਂ ਕੁਐਸਚਨ ਸੀ ਮੇਰਾ ਵੀ ਜਿਹੜੀ ਲੈਂਡ ਤੇ ਬਿਲਡਿੰਗ ਮਟੀਰੀਅਲ ਉਹਦੇ ਰੇਟਾਂ ਦੇ ਵਿੱਚ ਬਹੁਤਾ ਫਰਕ ਨਹੀਂ ਪਿਆ, ਵਾਧਾ ਨਹੀਂ ਹੋਇਆ ਬਹੁਤਾ। ਜਦੋਂ ਕਿ ਬਿਲਡਿੰਗ ਜਦੋਂ ਬਿਲਡਰ ਬਣਾ ਕੇ ਵੇਚਦਾ ਹੈ ਤਾਂ ਉਹਦੇ ਤੇ ਤਕਰੀਬਨ 40% 35% ਰੇਟ ਐਕਸੈਸ ਹੋ ਗਏ ਪਿਛਲੇ ਸਾਲਾਂ ਨਾਲੋਂ, 19 ਦੇ 20 ਨਾਲ 20 ਦੇ ਐਂਡ 'ਚ ਰਹੇ। ਕਿਉਂਕਿ ਇਹ ਫਿਰ ਗਵਰਨਮੈਂਟ ਇੱਥੇ ਕੰਟਰੋਲ ਕਿਉਂ ਨਹੀਂ ਕਰ ਰਹੀ ਵੀ ਜਦੋਂ ਕਿ ਬਾਕੀ ਦਾ ਮਟੀਰੀਅਲ ਤੇ ਸਭ ਕੁਝ ਉਹੀ ਰੇਟ ਆ ਤੇ ਬਿਲਡਰ ਆਪਣਾ ਰੇਟ ਕਿਉਂ ਵਧਾ ਕੇ ਵੇਚ ਰਿਹਾ ਹੈ? ਜੀ ਬਿਲਕੁਲ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਲ ਪੁੱਛਣ ਲਈ। ਜੀ ਢੀਂਡਸਾ ਜੀ, ਪੁੱਛਿਆ ਜਾ ਰਿਹਾ ਕਿ ਸਰਕਾਰ ਜਿਹੜੀ ਆ ਘਰਾਂ ਦੀਆਂ ਕੀਮਤਾਂ ਦੇ ਉੱਤੇ ਕੰਟਰੋਲ ਕਿਉਂ ਨਹੀਂ ਕਰ ਰਹੀ? ਜਦ ਲੈਂਡ ਦੀ ਇੱਕ ਸੇਮ ਕੀਮਤ ਹੈਗੀ ਆ, ਮਟੀਰੀਅਲ ਉਹਨੇ ਦੀ ਸੇਮ ਹੈਗੀ ਆ, ਤਾਂ ਬਿਲਡਰਸ ਆਪਣੇ ਮਨਮਾਨੀ ਦੇ ਰੇਟ ਕਿਉਂ ਲਗਾ ਰਹੇ ਨੇ? ਮੈਂ ਕਿਹਾ ਇਹ ਬੜਾ ਤਕੜਾ ਇਹ ਸਕੈਮ ਹੈ, ਬਿਲਡਰਸ ਵੱਲੋਂ ਸਕੈਮ ਹੈ ਐਂਡ ਜਿਹੜੇ ਘਰ ਵੇਚਦੇ ਉਹਨਾਂ ਵੱਲੋਂ ਸਕੈਮ ਹੈ ਐਂਡ ਜਿਹੜਾ ਸਭ ਤੋਂ ਵੱਧ ਪ੍ਰਾਈਸ ਕੰਜ਼ਿਊਮਰਸ ਪੇ ਕਰ ਰਹੇ ਆ। ਇਹਦੇ ਬਾਰੇ ਗਵਰਨਮੈਂਟ ਨੂੰ ਜਿਹੜੇ ਮੈਂ ਮੁੜ ਕੇ ਫਿਰ ਮੈਂ ਉਹੀ ਗੱਲ ਕਰਦਾ, ਇਹਦੇ ਬਾਰੇ ਜਿਹੜੇ ਪੋਲੀਟੀਸ਼ੀਅਨਸ ਨੂੰ ਸਕੂਈਜ਼ ਕਰਨਾ ਚਾਹੀਦਾ, ਇਹਨਾਂ ਨੂੰ ਲੈਟਰ ਲਿਖਣੇ ਚਾਹੀਦੇ ਆ, ਇਹਨਾਂ ਨੂੰ ਕੰਪਲੇਂਟ ਕਰਨੀ ਚਾਹੀਦੀ ਆ ਕਿ ਬਿਲਡਰ ਜਿਹੜਾ ਦੇਖੋ ਦੇਰ ਸ਼ੁੱਡ ਬੀ ਸਮ ਕ੍ਰਾਈਟੇਰੀਆ ਕਿ ਤੁਸੀਂ ਲੈਂਡ ਕਿੰਨੇ ਦੀ ਲਈ ਆ, ਤੁਸੀਂ ਲੈਂਡ ਕਿੰਨੇ ਦੀ ਲਈ ਆ ਐਂਡ ਤੁਹਾਡੇ ਤੇ ਕਾਸਟ ਕਿੰਨੀ ਆਊਗੀ, ਤੁਹਾਡਾ ਪ੍ਰੋਫਿਟ ਇੰਨਾ ਹੋਣਾ ਚਾਹੀਦਾ। ਇਹ ਨਹੀਂ ਕਿ ਅਨਨੈਸੈਸਰਲੀ ਦੇਖ ਕੇ ਹੁਪਲਾ ਗੁਪਲਾ ਕ੍ਰੀਏਟ ਕਰਕੇ ਲੋਕਾਂ ਨੂੰ ਲੁੱਟ ਕੇ ਲੈ ਜਾਓ। ਪਹਿਲਾਂ ਤਾਂ ਬਿਲਡਰ ਜਿੱਥੇ ਜਾ ਕੇ ਫੱਟਾ ਲਾਉਂਦਾ ਉਹ ਜਿੰਨੀ ਮਰਜ਼ੀ ਪ੍ਰਾਈਸ ਰੱਖ ਦੇਵੇ ਰਾਈਟ ਐਂਡ ਜਿਹੜੇ ਐਗਜ਼ਿਸਟਿੰਗ ਹਾਊਸ ਆ ਉਹਨਾਂ ਨਾਲੋਂ ਕਿਤੇ ਵੱਧ ਉਹਦੀ ਪ੍ਰਾਈਸ ਹੁੰਦੀ ਆ, ਕੁਆਲਿਟੀ ਘਟੀ ਜਾ ਰਹੀ ਆ, ਸਪੇਸ ਘਟਦਾ ਜਾ ਰਿਹਾ। ਅੱਛਾ ਫਿਰ ਜਿਹੜੇ ਰੀਅਲ ਸਟੇਟ ਵਾਲੇ ਆ ਉਹ ਇਹ ਤੋਂ ਵੀ ਉੱਪਰ ਦੀ ਆ, ਉਹ ਇਹ ਕਹਿੰਦੇ ਆ ਉਹ ਕਹਿੰਦੇ ਆ ਵੀ ਇੰਨੇ ਦਾ ਹੱਕ ਆ ਰਿਹਾ ਇਹ ਲੈ ਲਓ, ਇਹ ਅਗਲੇ ਸਾਲ ਇੰਨੇ ਲੱਖ ਵੱਧ ਜਾਣਾ ਐਂਡ ਤੁਸੀਂ ਗਾਂ ਟ੍ਰਾਂਸਫਰ ਵੀ ਕਰ ਸਕਦੇ ਹੋ। ਫਿਰ ਇਹਦੇ ਵਿੱਚ ਲੂਪ ਹੋਲ ਵੀ ਆ, ਟੈਕਸ ਲੂਪ। ਉਹ ਟੈਕਸ ਲੂਪ ਹੋਲ ਅੱਗੇ ਟਰਾਈ ਕੀਤੀ ਸੀ ਇਹਨਾਂ ਨੇ ਪਲੱਗ ਕਰਨ ਦੀ, ਪਰ ਇਹਨਾਂ ਨੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪਲੱਗ ਨਹੀਂ ਕੀਤੇ। ਇਦਾਂ ਲੱਗਦਾ ਵੀ ਜਿਹੜੇ ਪੋਲੀਟੀਸ਼ੀਅਨਸ ਆ ਇਹਨਾਂ ਨੂੰ ਜਿਹੜੇ ਫੰਡਸ ਆ ਰਹੇ ਆ, ਬਿਲਡਰਸ ਇਹਨਾਂ ਨੂੰ ਇਲੈਕਸ਼ਨਾਂ ਵੇਲੇ ਫੰਡ ਦਿੰਦੇ ਆ। ਇਹ ਇੰਡਸਟਰੀ ਬੇਗਿਆ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਭਾਈਬੰਦੀ ਆ, ਸੋ ਉਹਨਾਂ ਦੀ ਲੌਬੀ ਬੜੀ ਤਕੜੀ ਆ। ਜਿਹੜੀ ਕੰਜ਼ਿਊਮਰ ਦੀ ਲੌਬੀ ਹੈ ਨਹੀਂ, ਕੋਈ ਕੰਜ਼ਿਊਮਰ ਦੀ ਕੋਈ ਐਸੋਸੀਏਸ਼ਨ ਨਹੀਂ। ਅਸੀਂ ਇਹਨਾਂ ਦੱਸ ਇੰਡੀਵਿਜੂਅਲ ਤੌਰ ਤੇ ਜਿੱਦਾਂ ਅਸੀਂ ਗੱਲ ਕਰਦੇ, ਜਿੱਦਾਂ ਭਾਈ ਸਾਹਿਬ ਤੁਹਾਡੇ ਕਹਿ ਕੇ ਗਏ, ਮੈਂ ਉਹਨਾਂ ਦੇ ਨਾਲ ਐਗਰੀ ਆ 100%। ਇਟਸ ਆਲ ਸਕੈਮ। ਜੇ ਇਹ ਕਰਨਾ ਚਾਹਣ ਗਵਰਨਮੈਂਟ ਦੇ ਨੋ ਐਵਰੀਥਿੰਗ, ਦੇ ਨੋਜ਼ ਐਵਰੀਥਿੰਗ ਐਂਡ ਦੇ ਕੈਨ ਡੂ ਇਟ, ਬਟ ਦੇ ਡੋਨਟ ਵਾਂਟ ਟੂ ਡੂ ਇਟ, ਦੇ ਡੋਨਟ ਹੈਵ ਐਨੀ ਵੈਲ। ਕਿਉਂਕਿ ਇਹਨਾਂ ਨੂੰ ਚਾਹੀਦੀਆਂ ਵੋਟਾਂ ਤੋਂ ਡਰਦੇ, ਪਲੱਸ ਇਹਨਾਂ ਨੂੰ ਚਾਹੀਦੀ ਮਨੀ। ਤੁਸੀਂ ਜਿਵੇਂ ਗੱਲ ਕਰ ਰਹੇ ਹੋ ਇਸ ਵਕਤ ਅਫੋਰਡੇਬਲ ਹਾਊਸਿੰਗ ਦਾ ਮੁੱਦਾ ਜਿਹੜਾ ਆ ਆਲਮੋਸਟ ਪ੍ਰੋਵਿੰਸ਼ੀਅਲ ਸਰਕਾਰ ਜਾਂ ਫਿਰ ਫੈਡਰਲ ਸਰਕਾਰ ਇਹਨਾਂ ਦੇ ਇਲੈਕਸ਼ਨਸ ਦੇ ਦੌਰਾਨ ਮੈਨੀਫੈਸਟੋ ਵਿੱਚ ਹਮੇਸ਼ਾ ਰਿਹਾ। ਐਨਡੀਪੀ ਦੀ ਗਵਰਨਮੈਂਟ ਹੋਵੇ, ਸਾਡੀ ਕੰਜ਼ਰਵੇਟਿਵ ਸਰਕਾਰ ਹੋਵੇ ਜਾਂ ਫਿਰ ਲਿਬਰਲ ਸਰਕਾਰ ਹੋਵੇ, ਗੱਲ ਇਹਨਾਂ ਨੇ ਅਫੋਰਡੇਬਲ ਹਾਊਸਿੰਗ ਦੀ ਜ਼ਰੂਰ ਕੀਤੀ ਹੈ। ਤੇ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਨੂੰ ਕੁਝ ਸਹੂਲਤਾਂ ਵੀ ਦਿੱਤੀਆਂ ਨੇ। ਫਸਟ ਟਾਈਮ ਹੋਮ ਬਾਇਰ ਉਹ ਨੇ ਜਿਨ੍ਹਾਂ ਨੂੰ ਪਹਿਲਾਂ ਘਰ ਲੈਣ ਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ, ਕੁਝ ਪਤਾ ਨਹੀਂ ਹੁੰਦਾ, ਜਦਕਿ ਸਭ ਤੋਂ ਵੱਧ ਚੂਨਾ ਵੀ ਉਹਨਾਂ ਨੂੰ ਹੀ ਲੱਗਦਾ ਜਦੋਂ ਪਹਿਲੀ ਵਾਰੀ ਘਰ ਖਰੀਦਣ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਦੇਣ ਦੇ ਨਾਲੋਂ ਕਿ ਤੁਸੀਂ ਉਹਨਾਂ ਨੂੰ ਤਾਂ ਕੁਝ ਰਿਲੈਕਸੇਸ਼ਨ ਦੇ ਹੀ ਰਹੇ ਹੋ, ਇਹਦੇ ਨਾਲ ਹੀ ਜੇ ਘਰਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਅਫੋਰਡੇਬਲ ਹਾਊਸਿੰਗ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੋਈ ਸਟੈਪ ਚੁੱਕਿਆ ਜਾਵੇ। ਦੇਖੋ ਜੇ ਗਵਰਨਮੈਂਟ ਚਾਹੇ ਇਹਦੇ ਬਾਰੇ ਸਰ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ?
ਮੈਂ ਟੋਰਾਂਟੋ ਦੀ ਬੋਲਦਾ ਜੀ। ਹਾਂਜੀ ਸਰ। ਮੈਂ ਇਹਦਾ ਇਹ ਪੁੱਛਣਾ ਚਾਹੁੰਦਾ ਵੀ ਜਿਵੇਂ ਘਰਾਂ ਦੀ ਪ੍ਰਾਈਸ ਹੁਣ ਮਿਲੀ ਜਾਂਦੀ ਆ, ਉਹਦਾ ਜਿਹੜਾ ਇੰਟਰਸਟ ਰੇਟ ਜਿੱਦਾਂ ਵੱਧ ਗਿਆ ਫਿਰ ਡਿੱਗਣਗੇ ਵੀ ਥੱਲੇ, ਤੇ ਨਾਲੇ ਇਹਦਾ ਜਿਹੜਾ ਪ੍ਰੋਪਰਟੀ ਟੈਕਸ ਉਹ ਵੀ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਫਾਇਦਾ। ਗਵਰਨਮੈਂਟ ਕਾਹਦੇ ਬੋਲੂਗੀ, ਗਵਰਨਮੈਂਟ ਇਸ ਕਰਕੇ ਤਾਂ ਚੁੱਪ ਆ ਇਹ। ਜੀ ਜੀ, ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ ਸਰ ਆਪਣੇ ਵਿਚਾਰ ਦੇਣ ਲਈ। ਜੀ ਢੀਂਡਸਾ ਜੀ। ਮੈਂ ਇਹ ਫੀਲ ਕਰਦਾ ਜੀ, ਕਿਉਂਕਿ ਮੈਂ ਇੱਥੇ ਬਹੁਤ ਚਿਰ ਦਾ ਇਸ ਦੇਸ਼ ਵਿੱਚ ਹਾਂ, ਮੈਂ ਬੜੇ ਉਤਰਾਅ ਚੜ੍ਹਾਅ ਦੇਖਿਆ, ਬੜੇ ਦਿਸ ਇਜ਼ ਦੀ ਫਸਟ ਟਾਈਮ ਇਨ ਦੀ ਹਿਸਟਰੀ ਇਕਨੋਮੀ 2020 ਚ 5.4% ਕੰਟਰੈਕਸ਼ਨ ਹੋਈ ਹੋਵੇ ਔਰ ਬਾਕੀ ਚੀਜ਼ਾਂ ਦੇ ਬੜੀ ਖੜੋਤ ਆਈ ਹੋਵੇ ਔਰ ਘਰਾਂ ਦੀਆਂ ਕੀਮਤਾਂ ਸਮਾਨ ਛੂ ਜਾਣ, ਉਹਨਾਂ 'ਚ ਕੋਈ ਖੜੋਤ ਨਾ ਆਵੇ। ਇਹ ਇੱਕ ਅਜੀਬ ਕਹਾਣੀ ਹੋ ਰਹੀ ਹੈ। ਇਹਨੇ ਭੰਬਲ ਭੂਸੇ 'ਚ ਪਾਏ ਪਏ ਆ ਸਾਰੇ ਇਕੋਨੋਮਿਸਟ ਵੀ and even banks ਵੀ and government ਵੀ, and they could not understand. I think that's the only reason, biggest reason, low interest rate. ਜਿੱਦਣ ਇੰਟਰਸਟ ਰੇਟ ਅਪ ਚਲੇ ਗਿਆ, you will watch it. ਮੈਂ ਬੜਾ ਦੇਖਿਆ ਇੱਥੇ ਲੋਕਾਂ ਨੇ 10-10 ਘਰ ਲਏ ਸੀ, ਛੱਡ ਕੇ ਨੱਠ ਗਏ, ਰਾਈਟ। ਕਈਆਂ ਨੇ ਲੈਂਡ ਲਈ ਸੀ, ਛੱਡ ਕੇ ਨੱਠ ਗਏ ਸੀ। ਇਹ 73-74 ਦੀ ਗੱਲ ਹੈ। ਕਈ ਦਫਾ ਦੇਖੇ ਆ, ਪਰ this is the first time this is happening in the economy. And nobody understand what's going on. And economist after economist, they give the warning. And ਗੱਲਾਂ ਸਭ ਉਹ ਤੋਂ opposite ਹੋ ਰਹੀਆਂ। ਅੱਛਾ, ਇੱਕ ਹੋਰ ਵੀ ਰੀਜ਼ਨ ਹੈ। ਦੇਖੋ, ਜਿਹੜੇ ਡੈਮੋਗ੍ਰਾਫਿਕ ਹੈ ਨਾ, ਜਿਹੜੇ ਅਸੀਂ ਇੰਡੀਆ ਤੋਂ ਆਉਂਦੇ ਆ, ਇਹ ਵੀ ਪਲੇਇੰਗ ਬਿਗ ਰੋਲ। ਅਸੀਂ ਸਾਡਾ ਜਦ ਅਸੀਂ ਇੰਡੀਆ ਤੋਂ ਆਉਂਦੇ ਆ, ਕਿਉਂਕਿ ਉੱਥੇ ਪੈਜ਼ੈਂਟਰੀ ਚੋਂ ਮੈਜੋਰਿਟੀ ਕਿਸਾਨੀ ਦੇ ਵਿੱਚੋਂ ਆਏ ਆ, ਅਸੀਂ ਘਰਾਂ ਵਿੱਚੋਂ ਆਏ ਆ। ਇੱਥੇ ਆ ਕੇ ਅਸੀਂ ਘਰ ਲੈ ਲੈਂਦੇ ਆ, ਰਿਸ਼ਤੇਦਾਰ ਤੋਂ ਪੈਸੇ ਫੜ ਲੈਂਦੇ ਆ। ਐਂਡ ਤੁਸੀਂ ਦੇਖੋਗੇ ਡੈਮੋਗ੍ਰਾਫਿਕਲੀ ਜਿੱਥੇ ਜਿਹੜਾ ਇਮੀਗ੍ਰਾਂਟ ਆ, ਖਾਸ ਤੌਰ ਤੇ ਏਸ਼ੀਅਨ ਤੇ ਚਾਈਨੀਜ਼, ਇਹ ਔਖੇ ਵੀ ਹੋ ਜਾਣਗੇ, ਇਕੱਠੇ ਰਹਿ ਲੈਣਗੇ, ਫੈਮਿਲੀ ਜੁਆਇੰਟ ਰਹਿ ਲਊਗੀ, ਪਰ ਘਰ ਨਹੀਂ ਜਾਣ ਦੇਣਗੇ ਜਾਂ ਕਿਸੇ ਰਿਸ਼ਤੇਦਾਰ ਤੋਂ ਲੈਣ। ਮੈਂ ਇਹ ਸਮਝਣਾ ਕਿ ਦੈਟ ਇਜ਼ ਬਿਗ ਫੈਕਟਰ। ਇਹ ਵੀ ਫੈਕਟਰ ਪਲੇ ਕਰਦਾ। ਘਰਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਹੁਣ ਸਮਾਂ ਹੈ ਘਰ ਲੈਣ ਦਾ, ਜਾਂ ਫਿਰ ਕੁਝ ਸਮੇਂ ਲਈ ਜੇ ਕੋਈ ਅਜਿਹਾ ਪਲਾਨ ਕਰ ਰਿਹਾ ਤਾਂ ਉਹਨੂੰ ਔਨ ਹੋਲਡ ਪਾ ਦੇਣਾ ਚਾਹੀਦਾ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਟਰਸਟ ਰੇਟ ਕਿਸੇ ਵੀ ਸਮੇਂ ਜਿਹੜੀ ਆਉਣ ਵਾਲੇ ਸਮੇਂ ਵਿੱਚ ਵੱਧ ਸਕਦੀ ਆ। ਦੇਖੋ, ਇੰਡੀਕੇਸ਼ਨਸ ਆਰ ਦੇਅਰ। ਦੀ ਇੰਡੀਕੇਸ਼ਨ ਇਹ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੇ ਕੋਈ ਘਰ ਮਾਰਕੀਟ 'ਚ ਆਉਂਦਾ, ਉਹਦੇ ਤੇ ਬਿਡਿੰਗ ਵਾਰ ਜੀ। ਇਹ ਬੈਂਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਬੈਂਕਾਂ ਨੇ ਇੰਨਾ ਕਰਨਾ ਸ਼ੁਰੂ ਕਰਤਾ। ਉਹ ਕਹਿੰਦੇ ਵੀ ਬਿਡਿੰਗ ਵਾਰ, ਜੇ ਇਹ ਘਰ ਦੀ ਕੀਮਤ 8 ਲੱਖ ਹੈ, ਤੁਸੀਂ ਇਹਦੇ ਤੇ 2 ਲੱਖ ਵੱਧ ਦੇ ਰਹੇ ਆ। ਅਸੀਂ ਜਿਹੜੀ ਅਪਰੇਜ਼ ਵੈਲਿਊ ਆ, ਉਹ ਸਾਡੀ ਅਪਰੇਜ਼ ਵੈਲਿਊ ਹੈਗੀ 8 ਲੱਖ। 8 ਲੱਖ ਤੋਂ ਵੱਧ ਅਸੀਂ ਤੁਹਾਨੂੰ ਅਪਰੂਵ ਨਹੀਂ ਕਰਨਾ, ਅਸੀਂ ਤੁਹਾਨੂੰ ਮੌਰਗੇਜ ਨਹੀਂ ਦੇਣੀ। ਫਿਰ ਉਹ ਕੀ ਬੰਦਾ ਕਰਦਾ, ਉਹ ਮਿਲੀਅਨ ਦਾ ਘਰ ਲੈ ਲਿਆ। ਗੱਲ ਕਰਾਂਗੇ ਜੀ ਇਹਦੇ ਬਾਰੇ। ਇੱਕ ਦਰਸ਼ਕ ਹੋਰ ਜੁੜ ਕੇ ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰਦਰ ਬੋਲ ਰਿਹਾ। ਮੈਂ ਦਰਅਸਲ ਢੀਂਡਸੇ ਨਾਲ ਗੱਲ ਕਰਨੀ ਜੀ। ਹਾਂਜੀ ਹਾਂਜੀ, ਦੱਸੋ ਜੀ। ਮੇਰਾ ਕੁਐਸਚਨ ਹੈ ਜੀ, ਵੀ ਇਹ ਜੋ ਬੈਟਿੰਗ ਕਰਦੇ ਆ ਘਰਾਂ ਤੇ ਜੀ, ਰੀਅਲ ਏਸਟੇਟ ਵਾਲੇ, they are only taking one day all offer. Is it legally they can do it? ਜੀ, ਥੈਂਕ ਯੂ ਸਰ। ਤੁਹਾਡਾ ਸਵਾਲ ਜਿਹੜਾ ਤੁਸੀਂ ਕੀਤਾ ਹੈ, ਢੀਂਡਸਾ ਸਾਹਿਬ ਤੁਹਾਨੂੰ ਟੀਵੀ ਸਕਰੀਨ ਤੇ ਆਨਸਰ ਦੇ ਰਹੇ ਨੇ। ਸ਼ੁਕਰੀਆ ਕਾਲ ਕਰਨ ਲਈ। ਸਰ, ਬਿਡਿੰਗ ਦੇ ਬਾਰੇ ਮੇਰਾ ਖਿਆਲ ਹੈ ਜਿਹੜੀ ਬਿਡਿੰਗ ਵਾਰ ਹੈ, ਜੇ ਇਲੀਗਲ ਹੁੰਦੀ ਤਾਂ ਇਹ ਸਟਾਪ ਹੋ ਜਾਣੀ ਸੀ। ਕਿਸੇ ਨਾ ਕਿਸੇ ਨੇ ਇਹਨਾਂ ਨੂੰ ਸੂ ਕਰ ਦੇਣਾ ਸੀ। ਇਹ ਗਵਰਨਮੈਂਟ ਨੇ ਪਿਛਲੀ ਦਫਾ ਇਹਦੇ ਬਾਰੇ ਗੱਲ ਕੀਤੀ ਸੀ, ਪਰ ਉਹਨੇ ਕੀਤਾ ਇਹਦੇ ਬਾਰੇ ਕੁਝ ਨਹੀਂ। ਜਿਹੜਾ ਪਹਿਲਾ ਫਾਈਨਾਂਸ ਮਿਨਿਸਟਰ ਸੀ ਮਿਸਟਰ ਮੋਰਨਿਊ, ਉਹਨੇ ਗੱਲ ਜ਼ਰੂਰ ਕੀਤੀ ਸੀ, ਦੈਨ ਹੀ ਬੈਕ ਆਫ, ਐਂਡ ਸੋ ਬਿਡਿੰਗ ਵਾਰ ਫਿਰ ਸ਼ੁਰੂ ਹੋ ਗਈ। ਅੱਛਾ, ਹੁੰਦਾ ਕੀ ਆ ਤਰਨਜੀਤ ਜੀ? ਹੁੰਦਾ ਇਹ ਆ ਕਿ ਜਿਹੜੀ ਬੈਂਕ ਨੇ ਜਿੰਨੀ ਦੀ ਘਰ 8 ਲੱਖ ਦਾ ਘਰ ਆ, ਐਂਡ ਬੰਦੇ ਨੇ ਬਿਡਿੰਗ ਵਾਰ ਕਰਕੇ 1 ਮਿਲੀਅਨ ਦਾ ਲੈ ਲਿਆ। ਹੀ ਪੇਡ ਓਵਰ 200,000। ਅੱਛਾ, ਬੈਂਕ ਕੋਲ ਗਿਆ ਉਹ ਮੌਰਗੇਜ ਲੈਣ। ਇਹ ਮੈਂ ਜਿਹੜੀ ਗੱਲ ਹੁਣ ਹੈਪਨਿੰਗ ਹੋ ਰਹੀ, ਮੈਂ ਤੁਹਾਨੂੰ ਉਹਦੀ ਗੱਲ ਦੱਸ ਰਿਹਾ। ਬੰਦਾ ਬੈਂਕ ਕੋਲ ਮੌਰਗੇਜ ਲੈਣ ਗਿਆ, ਬੈਂਕ ਨੇ ਕਿਹਾ ਕਿ ਅਸੀਂ ਤੈਨੂੰ, ਸਾਡੀ ਜਿਹੜੀ ਅਪਰੇਜ਼ ਵੈਲਿਊ ਆ ਉਹ 8 ਲੱਖ ਹੈ, ਅਸੀਂ ਤੈਨੂੰ 8 ਲੱਖ ਹੀ ਦੇਣਾ, ਇਹ ਤੋਂ ਵੱਧ ਨਹੀਂ ਅਸੀਂ ਦੇਣਾ। ਹੁਣ ਬੰਦੇ ਲਈ ਪ੍ਰੋਬਲਮ ਖੜ ਗਈ। ਬੰਦਾ ਕਹਿੰਦਾ ਕਿ ਜੀ ਮੈਂ 2 ਲੱਖ ਮੈਂ ਤਾਂ ਡਿਪੋਜ਼ਿਟ ਵੀ ਦੇ ਚੁੱਕਿਆ, ਨਹੀਂ ਤਾਂ ਮੇਰਾ ਡਿਪੋਜ਼ਿਟ ਮਰ ਜਾਣਾ। ਫਿਰ ਉਹ ਪ੍ਰਾਈਵੇਟ ਲੈਂਡਰਸ ਕੋਲ ਜਾਂਦਾ। ਪ੍ਰਾਈਵੇਟ ਲੈਂਡਰਸ ਵਾਲੇ ਆ, ਉਹ ਪਹਿਲਾਂ ਤਾਂ ਐਟ ਫਰੰਟ ਟੀਕਾ ਲਾਉਂਦੇ ਆ, ਰਾਈਟ, 10%, 15%, 15-20 ਹਜ਼ਾਰ।
ਰਾਈਟ। ਉਹ ਤੋਂ ਬਾਅਦ ਫਿਰ ਉਹ ਹਾਈ ਇੰਟਰਸਟ ਰੇਟ ਉਹਨਾਂ ਨੂੰ ਲਾਉਂਦੇ ਆ ਐਂਡ ਦੈਨ ਯੂ ਵਾਚ ਇਟ। ਜੇ ਇੰਟਰਸਟ ਰੇਟ ਅਪ ਜਾਣਾ ਸ਼ੁਰੂ ਹੋ ਗਿਆ ਦੈਨ ਉਹ ਫਿਰ ਬੰਦੇ ਕਿੱਥੇ ਜਾਣਗੇ, ਕਿੱਥੋਂ ਪੇ ਕਰਨਗੇ ਜੇ ਉਹਨਾਂ ਦੀ ਜੌਬ ਜਾਂਦੀ ਲੱਗੀ। ਇਹ ਜਿਹੜੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਦੇਖੋ ਮੇਰਾ ਬੜਾ ਐਕਸਪੀਰੀਅੰਸ ਹੈ and I think now the economy start to heat up and interest rates start to go up ਕਿਉਂਕਿ bonds ਜਿਹੜੇ ਆ 5 ਸਾਲ ਦਾ ਬੌਂਡ 10 ਸਾਲ ਦਾ ਬੌਂਡ ਸਾਨੂੰ ਦੱਸ ਰਿਹਾ and okay interest rate is on the way to go up ਜੀ and it's a matter of a time I think ਜੇ economy 6% ਦੀ ਗਰੋਥ ਹੋਈ ਤਾਂ ਇੰਟਰਸਟ ਰੇਟ ਗੋਣਾ ਗੋ ਅਪ ਦੈਨ ਥੀਸ ਪੀਪਲ ਜਿਹੜੇ ਅੱਜ ਘਰ ਲੈ ਰਹੇ ਆ ਆਈ ਗਰੰਟੀ ਯੂ ਦੇ ਵਿਲ ਬੀ ਇਨ ਅ ਬਿਗ ਟਰਬਲ। ਸਰ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਬਿਡਿੰਗ ਦੀ ਤਾਂ ਗੱਲ ਕੀਤੀ ਆ, ਪ੍ਰਾਈਸ ਓਵਰ ਆਸਕਿੰਗ ਦੇ ਵੀ ਅਸੀਂ ਬਹੁਤ ਬੋਰਡ ਲੱਗੇ ਹੋਏ ਦੇਖਿਆ। ਇਹਦਾ ਵਿੱਚ ਅੰਦਰੋਂ ਕੀ ਸਿਸਟਮ ਹੁੰਦਾ ਹੈ ਕਿ ਪਹਿਲਾਂ ਹੀ ਜਿਹੜੀ ਘਰ ਦੀ ਕੀਮਤ ਆ ਉਹ ਘੱਟ ਕਰਕੇ ਆਂਕੀ ਜਾਂਦੀ ਆ, ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਪ੍ਰਾਈਸ ਤੋਂ ਜਿਹੜੀ ਉਹ ਆਸਕਿੰਗ ਤੋਂ ਜ਼ਿਆਦਾ ਪ੍ਰਾਈਸ ਦਿੱਤੇ ਗਏ ਨੇ, ਜਾਂ ਇਹਦਾ ਕੀ ਸਿਸਟਮ ਹੁੰਦਾ ਆ? ਇਟਸ ਅ ਗੇਮ ਪਲੇ। ਜਿਹੜਾ ਮਿਲੀਅਨ ਡਾਲਰ ਦਾ ਘਰ ਆ ਤੁਸੀਂ ਇਦਾਂ ਕਰੋ ਸਟਰੀਟ ਦੇ ਉੱਤੇ ਮਿਲੀਅਨ ਡਾਲਰ ਦੇ ਘਰ ਲੱਗੇ ਆ, ਤੁਸੀਂ 9 ਲੱਖ ਦਾ ਲਾ ਦਿਓ ਐਂਡ ਲੋਕੀ ਦੇਖਣ ਆਉਣਾ, ਭੀੜ ਸ਼ੁਰੂ ਹੋ ਜਾਂਦੀ ਆ। ਉਹ ਤੋਂ ਬਾਅਦ ਫਿਰ ਇਹ ਕਹਦੇ ਸਾਡੇ ਕੋਲ 2 ਆਫਰਾਂ ਆ ਗਈਆਂ, ਸਾਡੇ ਕੋਲ 10 ਆਫਰਾਂ ਆ ਗਈਆਂ। ਦੈਨ ਇੱਕ ਪੇ ਕਰਦਾ 9.5 ਲੱਖ, ਦੂਜਾ ਪੇ ਕਰਦਾ ਮਿਲੀਅਨ, ਤੀਸਰਾ ਕਹਿੰਦਾ ਮੈਂ 1.1 ਮਿਲੀਅਨ 1.2 ਮਿਲੀਅਨ। ਇਟਸ ਅ ਸਕੈਮ ਐਂਡ ਦੀ ਗਵਰਨਮੈਂਟ ਕੈਨ ਸਟਾਪ ਇਟ ਕਿਉਂਕਿ ਜਿਹੜੇ ਰੀਅਲ ਸਟੇਟ ਏਜੰਟਸ ਆ ਦੇ ਆਰ ਲਾਇਸੈਂਸਡ, ਦੇ ਸ਼ੁਡ ਨਾਟ ਡੂ ਦਿਸ। ਜੀ ਤੇ ਸਰ ਜਿਵੇਂ ਤੁਸੀਂ ਕਿਹਾ ਕਿ ਲਾਇਸੈਂਸ ਹੁੰਦੇ ਆ ਇਦਾਂ ਕਰ ਨਹੀਂ ਸਕਦੇ ਹੈਗੇ, ਫਿਰ ਕੀ ਇਹਨਾਂ ਦੇ ਅਗੇਂਸਟ ਕੋਈ ਐਕਸ਼ਨ ਵੀ ਲਿਆ ਜਾ ਸਕਦਾ ਆ? ਨਹੀਂ ਦੇਖੋ ਉਹਨਾਂ ਦੇ ਉੱਤੇ ਲੀਗਲ ਪੁਆਇੰਟ ਦੇਖੋ ਮੈਂ ਵਕੀਲ ਤਾਂ ਹੈ ਨਹੀਂ, ਸੋ ਇਹ ਗਵਰਨਮੈਂਟ ਲੀਗਲੀ ਉਹ ਕਰ ਸਕਦੇ ਆ। ਪਰ ਜੇ ਗਵਰਨਮੈਂਟ ਇਹ ਕਹੇ ਕਿ ਉਹਨਾਂ ਨੂੰ ਤੁਹਾਡੇ ਕੋਲ ਤੁਸੀਂ ਲਾਇਸੈਂਸਡ ਹੋ, ਦੇਰ ਆਰ ਸਮ ਐਥਿਕਸ ਯੂ ਕੈਨ ਡੂ ਇਟ and the government should step in. So that's what is happening right now. ਬਿਲਕੁਲ। What happens ਜਿਹੜਾ ਆਮ ਤੇ ਸਧਾਰਨ ਬੰਦਾ ਮੇਰੇ ਵਰਗਾ ਉਹ ਡਰ ਜਾਂਦਾ, ਉਹ ਕਹਿੰਦਾ ਯਾਰ ਜੇ ਮੈਂ ਹੁਣ ਨਾ ਕਰ ਲਿਆ ਤਾਂ ਮੁੜ ਕੇ ਫਿਰ ਮੈਂ ਲੈ ਨਹੀਂ ਹੋਣਾ। ਇੱਕ ਗੱਲ ਦੂਜੀ ਵਿੱਚ ਸਪੈਕੂਲੇਸ਼ਨ ਵੀ ਆ। ਜਿਹਨੇ ਇੱਕ ਘਰ ਲੈ ਲਿਆ ਪਹਿਲਾਂ ਉਹਨੇ ਉਹਦੀ ਕੀਮਤ 2 ਲੱਖ ਵੱਧ ਗਈ, ਉਹ ਕਹਿੰਦਾ ਹੁਣ ਮੈਂ ਨੈਕਸਟ ਲੈ ਲੈਣਾ, ਉਹਦੀ ਵੀ ਕੀਮਤ ਹੋਰ ਵੱਧ ਜਾਣੀ ਹੈ। that calls a greed and that this thing's going on and on. What they do, $1 million ਦਾ ਘਰ ਲੈ ਕੇ ਉਹਦੇ ਤੇ ਲਾਈਨ ਆਫ ਕ੍ਰੈਡਿਟ ਪਾ ਕੇ ਜਾਂ ਮੌਰਗੇਜ ਲੈ ਕੇ ਦੇ ਬਾਈ 2 ਘਰ ਹੋਰ ਲੈ ਲੈ, 4 ਘਰ ਹੋਰ ਲੈ ਲੈ and someday something gonna happen ਜੀ। and ਮੈਂ ਇਹ ਵਾਰ-ਵਾਰ ਹੁਣ ਮੈਂ ਕਹਿਣਾ ਸ਼ੁਰੂ ਕੀਤਾ, ਅੱਗੇ ਨਹੀਂ ਸਿੱਖਿਆ and ਕਿਉਂਕਿ ਜੀ ਇੰਡੀਕੇਸ਼ਨਸ ਆਰ देयर and they are telling ਜਿਹੜੀ ਇਕਨੋਮੀ ਇਜ਼ ਟੈਲਿੰਗ this thing is coming and ਜਿਹਨੇ ਹੁਣ ਕਰ ਲੈਣਾ he should be very very careful। ਮਤਲਬ ਉਹਨੂੰ ਗਿਣਤੀ ਕਰਨੀ ਚਾਹੀਦੀ ਆ, ਆਪਣੇ ਪੈਰ ਦੇਖ ਕੇ ਪਸਾਰਨੇ ਚਾਹੀਦੇ ਆ। ਜੇ ਉਹਦੇ ਚ ਕਿੰਨੀ ਕੁ ਹਿੰਮਤ ਆ ਉਸ ਹਿਸਾਬ ਦੇ ਨਾਲ ਜਿਹੜੇ ਹੁਣ ਫਸਟ ਇਮੀਗ੍ਰੈਂਟਸ ਆ, ਫਸਟ ਬਾਇਰਸ ਆ, they have to be very careful and ਇੰਨਾ ਮਹਿੰਗਾ ਘਰ ਲੈ ਕੇ ਕਿਉਂਕਿ ਸੀ ਜਿਹੜੀ ਫੰਡਾਮੈਂਟਲਸ ਆ, ਵੇਜਸ ਤਾਂ ਇੰਨੀਆਂ ਵਧੀਆ ਹੀ ਨਹੀਂ, ਤੁਸੀਂ ਕੰਮ ਕਰਕੇ ਉਹ ਘਰ ਦੀ ਕਿਸ਼ਤ ਦੇਣੀ ਹੈ, ਕੱਲ ਨੂੰ ਇੰਟਰਸਟ ਵੱਧ ਗਿਆ ਕਿੱਥੋਂ ਤੁਸੀਂ ਕਿਸ਼ਤ ਦੇਣੀ ਹੈ? ਜਾਂ ਤਾਂ ਵੇਜਸ ਵੀ ਉਸ ਰਫਤਾਰ ਦੇ ਨਾਲ ਵਧੀ ਜਾਣ, ਤੁਹਾਡੀ ਇਨਕਮ ਉਸ ਰਫਤਾਰ ਦੇ ਨਾਲ ਵਧੀ ਜਾਏ। ਐਂਡ ਡੋਂਟ ਫੋਰਗੇਟ ਕਿਉਂਕਿ ਜਿਹੜਾ ਇਸ ਵੇਲੇ ਗਵਰਨਮੈਂਟ ਸੇ ਡੈਫਿਸਿਟ ਹੈ ਇੰਨਾ, ਡੈਟ ਹੈ ਇੰਨਾ, ਦੇ ਆਰ ਰੈਡੀ ਟੂ ਰੇਜ਼ ਦੀ ਟੈਕਸਿਸ ਟੂ CPP ਆਲਰੇਡੀ ਪੇਰੋਲ ਦੇ ਉੱਤੇ ਇਹਨਾਂ ਨੂੰ ਵਧਾਈ ਦਿੱਤੀ ਹੈ and there gonna be lot of taxes। see ਜਿਹੜੀਆਂ ਹੁਣ ਗੁੱਡੀਜ਼ ਮੈਂ ਹੱਕ ਵਿੱਚ ਨਹੀਂ, ਮੈਂ ਇਹਨੂੰ ਅਪੋਜ਼ ਕਰਦਾ ਜਿਸ ਹਿਸਾਬ ਦੇ ਨਾਲ ਓਪਨਲੀ ਟਰੂਡੋ ਇਹਨਾਂ ਗਵਰਨਮੈਂਟਾਂ ਨੇ ਮਸ਼ੀਨਾਂ ਰੱਖੀਆਂ ਬੇਸਮੈਂਟਾਂ 'ਚ, ਬੈਂਕਾਂ ਦੀਆਂ ਬੇਸਮੈਂਟਾਂ 'ਚ, ਮਤਲਬ ਬੈਂਕ ਆਫ ਕੈਨੇਡਾ ਦੀ ਬੇਸਮੈਂਟ ਪ੍ਰਿੰਟ ਕਰਕੇ ਲੋਕਾਂ ਨੂੰ ਪੈਸੇ ਦੇਈ ਜਾ ਰਹੇ ਆ। ਐਂਡ ਫਰਮ ਵੇਅਰ ਦੀ ਮਨੀ ਵਿਲ ਕਮ, ਤੁਹਾਡੇ ਤੇ ਮੇਰੀ ਪਾਕਟ ਵਿੱਚ ਜਾਣੇ ਆ। ਦੇਰ ਆਰ 2 things, there is no magic। ਨੰਬਰ 1 ਹੈਗਾ ਇਨਕਰੀਜ਼ ਦੀ ਟੈਕਸਿਸ ਜਾਂ ਫਿਰ ਕੱਟ ਡਾਊਨ ਦੀ ਸਰਵਿਸਿਜ਼, ਰਾਈਟ? ਕੱਟ ਡਾਊਨ ਦੀ ਸਰਵਿਸਿਜ਼, ਲੁੱਕ ਐਟ ਦੀ ਹਸਪੀਟਲਸ, ਕੱਟ ਡਾਊਨ ਦੀ ਹਸਪੀਟਲ ਕਿਉਂਕਿ ਇਸ ਵੇਲੇ ਜਿਹੜਾ ਹਸਪੀਟਲ ਦਾ ਬਜਟ ਹੈ 45% ਐਕਸਪੈਂਸਿਸ ਗੋਸ ਟੂ ਦੀ ਹੈਲਥ ਕੇਅਰ। ਜੇ ਉਹ 'ਚ 5% ਵੀ ਕਟੌਤੀ ਕਰ ਦੇਣ, ਦੀ ਗਵਰਨਮੈਂਟ ਸੇਵ ਮਿਲੀਅਨਸ ਐਂਡ ਬਿਲੀਅਨਸ
and but who gonna pay the price? People gonna pay the price. ਹਸਪਤਾਲਾਂ ਵਿੱਚ ਤਾਂ ਅੱਗੇ ਕਿੱਡੀਆਂ ਲਾਈਨਾਂ ਪੈ, so that's the fear. ਇਸ ਦੌਰਾਨ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸਾਰੇ ਪਾਸੇ ਜ਼ਰੂਰ ਥੱਲੇ ਆਈ ਆ, ਮਾਰਕੀਟ ਥੱਲੇ ਆਈਆਂ ਨੇ, ਬਾਕੀ ਬਿਜ਼ਨੈਸਿਸ ਥੱਲੇ ਆਇਆ, ਬੈਂਕਾਂ ਨੇ ਜਿਨ੍ਹਾਂ ਨੇ ਮੌਰਗੇਜਸ ਆਲਰੇਡੀ ਡੈਫਰ ਕਰ ਦਿੱਤੀਆਂ ਨੇ, ਉਹਨਾਂ ਦੀ ਜੇ ਅਸੀਂ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਝੋਲੀਆਂ ਜ਼ਰੂਰ ਭਰੀਆਂ ਨੇ ਪੈਂਡੈਮਿਕ ਦੇ ਦੌਰਾਨ। It's a ਅਜੀਬ thing is going on. ਜਿੱਦਣ COVID-19 ਸ਼ੁਰੂ ਹੋਇਆ ਉਦਣ ਬੜਾ ਫੀਅਰ ਸੀ ਵੀ ਸ਼ਾਇਦ ਲੋਕਾਂ ਕੋਲੋਂ ਮੌਰਗੇਜ ਦੇ ਨਹੀਂ ਹੋਣੀ। 7,20,000 ਲੋਕਾਂ ਨੂੰ ਬੈਂਕਾਂ ਨੇ ਇਹ ਕਹਿ ਦਿੱਤਾ ਸੀ ਵੀ 6 ਮਹੀਨੇ ਤੁਸੀਂ ਹੋਲਡ ਕਰ ਸਕਦੇ ਹੋ, ਐਂਡ ਲੋਕਾਂ ਨੇ ਜਿਹੜੀਆਂ ਬੈਂਕਾਂ ਨੇ ਬੜਾ ਹਿਊਜ ਰਿਜ਼ਰਵ ਵੀ ਰੱਖ ਲਿਆ ਸੀ ਵੀ ਇਹ 'ਚ ਸ਼ਾਇਦ ਸਾਨੂੰ ਘਾਟਾ ਪਵੇ, ਐਂਡ ਕਿਉਂਕਿ ਗਵਰਨਮੈਂਟ ਸਟੈਪਸ ਇਨ, ਗਵਰਨਮੈਂਟ ਨੇ ਪੈਸੇ ਭੇਜਣੇ ਸ਼ੁਰੂ ਕਰਤੇ ਲੋਕਾਂ ਨੂੰ। ਸੋ ਉਹ ਜਿਹੜੀ 7,20,000 ਲੋਕਾਂ ਨੇ ਬੈਂਕਾਂ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਕੋਲੋਂ ਮੌਰਗੇਜ ਦੇ ਨਹੀਂ ਹੋਣੀ, ਐਂਡ ਉਹਦੇ 'ਚ ਉਹਨਾਂ ਨੁਕਸਾਨ ਨਹੀਂ ਹੋਇਆ। ਜੀ ਇਹਦੇ ਬਾਰੇ ਗੱਲ ਕਰਾਂਗੇ, ਬੈਂਕਾਂ ਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਹੋਰ ਜੁੜ ਗਏ ਨੇ, ਉਹਨਾਂ ਦਾ ਅਸੀਂ ਲੈ ਲਈਏ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਬ੍ਰਹਮੰਡਨ ਦੇ ਬੋਲ ਰਿਹਾ। ਮੈਂ ਕਹਿ ਰਿਹਾ ਮਹਿੰਗਾਈ ਬਹੁਤ ਕਰਾਂ ਦੀ ਹੋਵੇ, ਕੁਝ ਰੋਕੋ ਇਹਨਾਂ ਨੂੰ। ਮਹਿੰਗਾਈ ਰੋਕੋ ਘਰਾਂ ਦੀ। ਜੀ ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਸਰ ਕਾਲਰ ਕਹਿ ਰਹੇ ਨੇ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਹੈ, ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਇਹਨਾਂ ਨੂੰ ਕਿਸੇ ਤਰੀਕੇ ਨਾਲ ਕਾਬੂ ਕੀਤਾ ਜਾਵੇ। ਬਸ ਐਗਰੀ ਹੈ ਜੀ ਇਹਨਾਂ ਦੇ ਨਾਲ। ਜੀ ਤੁਸੀਂ ਆਪਣੇ ਕੱਲਾ ਹੀ ਸਾਨੂੰ ਕਹਿਣ ਦੇ ਨਾਲ ਗੱਲ ਨਹੀਂ ਬਣਦੀ, ਇਹਨਾਂ ਪੋਲੀਟੀਸ਼ੀਅਨਸ ਨੂੰ ਕਹੋ, ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ, ਤੁਹਾਡਾ MPP ਆ, ਤੁਹਾਡੀ ਮਿਊਨਿਸਪੈਲਿਟੀ ਦੇ ਜਿਹੜੇ ਕਾਉਂਸਲਰ ਹੈ ਰੋਜ਼ ਤੁਹਾਡੇ ਕੋਲ ਆਉਂਦੇ ਆ, ਇਹਨਾਂ ਨੂੰ ਕਹੋ, ਇਹਨਾਂ ਨੂੰ ਕੰਪਲੇਂਟ ਕਰੋ, ਇਹ ਫੈਟ ਵੇਜਸ ਲੈ ਰਹੇ ਆ। ਇਸ ਲਈ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹ ਪਤਾ ਕਿੰਨੇ ਤਨਖਾਹ ਲੈਂਦਾ? $1,82,600 ਪਲੱਸ ਭੱਤੇ ਲੈਂਦੇ ਆ, ਪਲੱਸ ਇਹ ਹੋਰ ਮੀਟਿੰਗਾਂ 'ਚ ਜਾਣ ਦੇ, ਪਲੱਸ ਇਹਨਾਂ ਦੇ ਦਫ਼ਤਰ ਫ੍ਰੀ ਆ। ਐਂਡ ਵਾਟ ਦੇ ਡੂ, ਓਨਲੀ ਦੇ ਰੇਜ਼ ਦੀ ਹੈਂਡ, ਪ੍ਰਾਈਮ ਮਿਨਿਸਟਰ ਨੂੰ ਬਸ ਹੱਥ ਹੀ ਖੜਾ ਕਰਦੇ ਆ। ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ? ਕੋਈ ਕੰਟਰੀਬਿਊਸ਼ਨ ਨਹੀਂ। ਇਹਨਾਂ ਨੂੰ ਕੁਐਸਚਨ ਕਰੋ। ਬਿਲਕੁਲ ਸਰ, ਆਪਾਂ ਵਾਪਸ ਆਈਏ ਬੈਂਕ ਦੀਆਂ ਕੀਮਤਾਂ ਦੀ। ਆਪਾਂ ਗੱਲ ਕਰ ਰਹੇ ਸੀਗੇ ਕਿ ਬੈਂਕ ਜਿਹੜੇ ਇਸ ਵਕਤ, ਪਰ ਬੈਂਕਾਂ ਨੂੰ ਨੁਕਸਾਨ ਕੋਈ ਨਹੀਂ ਹੋਇਆ। ਆਪਾਂ ਗੱਲ ਕਹਿ ਰਹੇ ਸੀ ਕਿ ਮੌਰਗੇਜਸ ਡੈਫਰ ਕਰਨ ਦੇ ਨਾਲ ਸ਼ਾਇਦ ਉਹਨਾਂ ਦਾ ਵੀ ਕੋਈ ਅਸਰ ਪੈ ਸਕਦਾ ਆ। ਬੈਂਕਾਂ ਨੂੰ ਬਿਲਕੁਲ ਨਹੀਂ ਕੋਈ ਅਸਰ ਹੋਇਆ। ਪਿਛਲੇ ਹਫਤੇ ਬੈਂਕਾਂ ਦੀ ਰਿਪੋਰਟਿੰਗ ਆਈ ਆ ਫਸਟ ਕੁਆਰਟਰ ਦੀ, ਸਾਰੀਆਂ ਬੈਂਕਾਂ ਨੇ ਰਲ ਕੇ $13 ਬਿਲੀਅਨ ਪ੍ਰੋਫਿਟ, ਰੈਕਡ ਤੋੜਵਾਂ ਪ੍ਰੋਫਿਟ ਬਣਾਇਆ। ਐਂਡ ਜਿੱਥੇ ਉਹਨਾਂ ਨੇ ਮਾਰਕੀਟ ਨੂੰ ਸਰਪ੍ਰਾਈਜ਼ ਕੀਤਾ, ਦੇ ਵਰ ਨਾਟ ਐਕਸਪੈਕਟਿੰਗ, ਆਪਣੇ ਆਪ ਵਿੱਚ ਵੀ ਉਹ ਇੰਨਾ ਨਹੀਂ ਸੀ ਸਮਝਦੇ ਕਿ ਅਸੀਂ ਇੰਨਾ ਪ੍ਰੋਫਿਟ ਬਣਾਵਾਂਗੇ। ਆਈ ਗਿਵ ਯੂ ਐਨ ਐਗਜ਼ਾਮਪਲ, ਜਿੱਦਾਂ ਬੈਂਕ ਆਫ ਮੌਂਟਰੀਅਲ ਹੈ, ਉਹ ਐਕਸਪੈਕਟ ਕਰਦੇ ਸੀ $2.85 ਪਰ ਸ਼ੇਅਰ, ਦੇ ਮੇਡ ਓਵਰ $3। ਐਂਡ ਇਹਦੇ ਸਾਰੀਆਂ ਬੈਂਕਾਂ ਨੇ ਦੇ ਬ੍ਰੇਕ ਦੀ ਰੈਕਡ, ਐਂਡ ਦੇ ਬ੍ਰੇਕ ਦੀ ਰੈਕਡ ਈਵਨ देयर ਓਨ ਰੈਕਡ। ਬੈਂਕਾਂ ਆਪਣੇ ਆਪ 'ਚ ਵੀ ਬੜੀਆਂ ਹੈਰਾਨ ਹੋਈਆਂ, ਹੈ ਸਾਨੂੰ ਇੰਨਾ ਪ੍ਰੋਫਿਟ, ਇੰਨੀ ਪ੍ਰੋਫਿਟੇਬਲ। ਐਂਡ ਸੋ ਇਹਦੇ ਇਸ ਵੇਲੇ ਮੈਂ ਕਹਿੰਦਾ ਵੀ ਜੇ ਕਿਸੇ ਨੇ ਲੈਣਾ ਹੋਵੇ ਘਰ ਲੈਣ ਨਾਲੋਂ ਜਿਹੜੇ ਸਪੈਕੂਲੇਟਰਸ ਆ, ਦੇ ਸ਼ੁਡ ਬਾਈ ਦੀ ਬੈਂਕ ਸਟਾਕਸ। ਦੀ ਬੈਂਕਸ ਦੇ ਸਟਾਰਟ ਟੂ ਗੋ ਅਪ, ਦੇ ਕੀਪ ਗੋਇੰਗ ਅਪ ਐਵਰੀ ਡੇ। ਦੇ ਜਿੱਦਣ ਬਾਹਰ ਆ ਗਏ, ਦੇ ਗੋਣਾ give lot of money to the shareholders। ਇਨਵੈਸਟਮੈਂਟ ਦੇ ਬਾਰੇ ਵਿੱਚ ਵੀ ਆਪਾਂ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਅਮਨਦੀਪ ਸਿੰਘ ਹੈ ਜੀ। ਅਮਨ ਜੀ, ਕੀ ਕਹਿਣਾ? ਜੀ, ਤੇ ਮੇਰਾ ਕੁਐਸਚਨ ਇਹ ਹੈ ਜੀ ਵੀ ਜਿਵੇਂ ਹੁਣ ਅਸੀਂ ਸਾਰੇ ਨਵੀਆਂ ਮੀਟਿੰਗਾਂ ਤੁਰੇ ਆਏ ਹੋਏ ਆ, ਤੇ ਅਸੀਂ ਰੈਂਟਲ ਪ੍ਰਾਪਰਟੀ ਉਧਰੋਂ ਦੀ ਲੈਣੀਆਂ ਨੇ, ਤੇ ਠੀਕ ਹੈ ਹਰੇਕ ਬੰਦਾ ਪਹਿਲਾਂ ਰੈਂਟ ਤੇ ਹੀ ਰਹਿੰਦਾ, ਤਾਂ ਉਹਦੇ ਲਈ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ। ਥਿੰਗ ਇਜ਼ ਸਾਰੇ ਕੀ ਹੋ ਰਹੇ ਘਰ ਕੀ ਰਹੇ ਨੇ, ਸਾਰੇ ਕੋਲ ਮਿਲਾ ਕੇ ਬੰਦਾ ਆ ਕੇ ਰਿਲੇਟ ਹੁੰਦਾ ਕਿ ਸਾਰਾ ਨੂੰ ਰੈਂਟਲ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਸਾਨੂੰ ਕੈਸ਼ ਦੇਣੀ ਪੈਂਦੀ ਆ। ਤਾਂ ਉਹਦੇ ਬਾਰੇ ਮੈਂ ਕੋਈ ਕਹਿਣਾ ਚਾਹੁੰਦਾ ਸਰ ਨੂੰ ਕਿ ਇਹਦਾ ਕੀ ਕੀਤਾ ਜਾਵੇ। ਜੀ ਸ਼ੁਕਰੀਆ ਜੀ ਕਾਲ ਕਰਨ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਪੁੱਛ ਰਹੇ ਨੇ ਰੈਂਟਲ ਪ੍ਰਾਪਰਟੀਜ਼ ਦੇ ਬਾਰੇ ਵਿੱਚ, ਜੇ ਪੁੱਛ ਰਹੇ ਨੇ ਕਿ ਰੈਂਟ ਇਹਨਾਂ ਨਾਲ ਦਿੱਤਾ ਜਾ ਰਿਹਾ, ਉਹ ਵੀ ਕੈਸ਼ ਦੇ ਵਿੱਚ ਦਿੱਤਾ ਜਾ ਰਿਹਾ, ਸੋ ਇਹਦੇ ਬਾਰੇ ਕੀ ਕੀਤਾ ਜਾ ਸਕਦਾ ਆ? ਵਾਲ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਹੀ ਆ ਜੀ, ਆਲਵੇਜ਼ ਹੁੰਦੀਆਂ। ਬਿਲਕੁਲ ਮੈਂ ਤੁਹਾਡੇ ਕਾਲਰ ਦੇ ਨਾਲ 100% ਸਹਿਮਤ ਹਾਂ। ਜਿਹੜੇ ਘਰਾਂ ਦੀਆਂ ਕੀਮਤਾਂ ਵਧਣ ਨਾਲ ਜਿਹੜੇ ਘਰ ਓਨ ਕਰਦੇ ਸੀ ਉਹ ਤਾਂ ਬਣ ਗਏ ਮਿਲੀਅਨੇਅਰ, ਐਂਡ ਜਿਹੜੇ ਰੈਂਟ ਦੇ ਉੱਤੇ ਰਹਿੰਦੇ ਆ ਉਹ ਵਿਚਾਰਿਆਂ ਨੂੰ ਦੇ ਹੈਵ ਨਥਿੰਗ। ਐਂਡ ਇਹਦੇ ਨਾਲ ਜਿਹੜੀ ਸੁਸਾਇਟੀ ਵਿੱਚ ਬਹੁਤ ਕ੍ਰੀਏਟ ਹੋਇਆ, ਜਿਹੜੀ ਇਨਇਕੁਐਲਿਟੀ, ਇੱਕ ਪਾਸੇ ਇਨਇਕੁਐਲਿਟੀ ਬਹੁਤ ਕ੍ਰੀਏਟ ਹੋਈ ਆ। ਗਰੀਬ ਅਮੀਰ ਦਾ ਜਿਹੜਾ ਪਾੜਾ
ਵੈਸੇ ਤਾਂ ਵੱਧਦਾ ਜਾ ਰਿਹਾ ਸਾਰੇ ਵਰਲਡ ਵਿੱਚ ਹੀ, ਪਰ ਆ ਜਿਹੜੀ ਹੁਣ ਦੀ ਸਿਚੁਏਸ਼ਨ ਚੱਲ ਰਹੀ ਆ ਇਹਦੇ ਨਾਲ ਗਰੀਬ ਅਮੀਰ ਦਾ ਪਾੜਾ ਅੱਗੇ ਨਾਲੋਂ ਵੀ ਬਹੁਤ ਵੱਧ ਗਿਆ ਸੋਸਾਇਟੀ 'ਚ ਬਹੁਤ। ਇਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ, ਇਹ ਤਾਂ ਗਵਰਨਮੈਂਟ ਹੀ ਕਰ ਸਕਦੀ ਹੈ। ਆਪਾਂ ਇੱਕ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਸਾਡੇ ਇੱਕ ਦਰਸ਼ਕ ਨੇ ਮਿਸਟਰ ਵਾਲੀਆ, ਉਹਨਾਂ ਨੇ ਸਵਾਲ ਕੀਤਾ ਆ ਕਿ ਉਹ ਪ੍ਰੈਡਿਕਸ਼ਨ ਤੁਹਾਡੀ ਪੁੱਛਣਾ ਚਾਹੁੰਦੇ ਨੇ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਇਨਵੈਸਟਮੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਘਰ ਇਨਵੈਸਟ ਕਰਨ ਦੇ ਵਿੱਚ ਜ਼ਿਆਦਾ ਬੈਟਰ ਰਹੇਗਾ, ਉਹਦੇ ਵਿੱਚ ਇਨਵੈਸਟਮੈਂਟ, ਜਾਂ ਫਿਰ 2 ਕੌਂਡੋਸ ਲਏ ਜਾ ਸਕਦੇ ਆ ਜਾਂ ਟਾਊਨ ਹਾਊਸ ਲਿਆ ਜਾ ਸਕਦਾ। ਤੁਹਾਡੀ ਕੀ ਪ੍ਰੈਡਿਕਸ਼ਨ ਹੈ ਕਿ ਇਨਵੈਸਟਮੈਂਟ ਲਈ ਇਸ ਵਕਤ ਰੀਅਲ ਸਟੇਟ ਦੀ ਮਾਰਕੀਟ ਕਿੱਦਾਂ ਹੈ ਤੇ ਕਿਹਦੇ 'ਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ? ਦੇਖੋ ਇਹ ਬੜਾ ਵਾਸਟ ਸਬਜੈਕਟ ਹੈ, ਇਹਦੇ ਬਾਰੇ ਤਾਂ ਆਪਾਂ ਆਵਰਸ ਐਂਡ ਆਵਰਸ ਕਰ ਸਕਦੇ। ਮੈਂ ਆਲਵੇਜ਼ ਸਾਰਿਆਂ ਨੂੰ ਇਹ ਕਹੂੰਗਾ ਕਿ ਡੋਂਟ ਪੁੱਟ ਯੂਰ ਆਲ ਐਗਸ ਇਨ ਵਨ ਬਾਸਕਟ। ਜਿਹੜੇ ਐਗਸ ਹੈ ਇਹਨਾਂ ਨੂੰ ਸਪਰੈਡ ਕਰੋ। ਡੋਂਟ ਪੁੱਟ ਐਵਰੀਥਿੰਗ ਇਨ ਰੀਅਲ ਸਟੇਟ, ਡੋਂਟ ਪੁੱਟ ਐਵਰੀਥਿੰਗ ਇਨ ਰੈਜ਼ੀਡੈਂਸ਼ੀਅਲ ਲਿਵਿੰਗ, ਰੈਜ਼ੀਡੈਂਸ਼ੀਅਲ ਹਾਊਸਿੰਗ, ਡੋਂਟ ਪੁੱਟ ਐਵਰੀਥਿੰਗ ਇਨ ਕੰਡੋਮੀਨੀਅਮ। ਐਂਡ ਲੁੱਕ ਐਟ ਦੀ ਜਿਨ੍ਹਾਂ ਨੇ ਇਸ ਵੇਲੇ ਪਲਾਜ਼ੇ ਲਏ ਸੀ, ਪਲਾਜ਼ਿਆਂ ਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਸੀ ਜਿਹੜੇ ਹੁਣ ਬੰਦ ਹੋਈ ਜਾ ਰਹੇ ਆ, ਜਿਹੜੇ ਰੈਸਟੋਰੈਂਟ ਸੀ ਉਹ ਪਲਾਜ਼ਿਆਂ ਦਾ ਬੜਾ ਬੁਰਾ ਹਾਲ ਹੈ। ਐਂਡ ਹੁਣ ਤੱਕ ਕਦੀ ਇੱਦਾਂ ਹੋਇਆ ਨਹੀਂ ਸੀ ਕਿ ਪਲਾਜ਼ੇ ਦੀ ਜਿਹੜੀ ਕੀਮਤ ਆ ਉਹ ਘਟ ਜਾਏ। ਐਂਡ ਜਿਹੜੇ ਰੀਟਸ ਆ ਮੈਂ ਦੇਖਿਆ ਉਹਨਾਂ ਦੀਆਂ ਕੀਮਤਾਂ ਕਿਤੇ ਥੱਲੇ ਗਈਆਂ। ਜਿੱਦਣ ਇਹ ਥੱਲੇ ਗਈਆਂ ਆਈ ਬੌਟ them, I gained a lot. So you have to be very smart and careful. ਜਿਹੜੀ ਹੈਗੀ ਆ ਰੈਂਟਲ, ਜਿਹੜੀ ਇਸ ਵੇਲੇ ਸਭ ਤੋਂ ਬਿਗੇਸਟ ਪ੍ਰੋਫਿਟੇਬਲ ਤਾਂ ਹੈਗੀ ਅਪਾਰਟਮੈਂਟ ਬਿਲਡਿੰਗਸ, ਕਿਉਂਕਿ ਗਾਂ ਇਮੀਗ੍ਰਾਂਟਸ ਵੀ ਆਉਣੇ ਆ, ਗਾਂ ਸਟੂਡੈਂਟਸ ਵੀ ਆਉਣੇ ਆ, ਤੇ ਗਾਂ ਸਾਡੇ ਵੀ ਤੁਹਾਡੇ ਜਿਹੜੇ ਨਿਆਣੇ ਹੋਣੇ ਆ। I don't think if they will be able to buy a house. It's very important. ਤੁਸੀਂ control your greed and watch your ਚਾਦਰ ਦੇਖ ਕੇ ਪੈਰ ਪਸਾਰੋ, ਗਿਣਤੀ ਕਰੋ ਤੇ ਭੇਡ ਚਾਲ ਨਾ ਕਰੋ, ਇਹ ਮਗਰ ਨਾ ਲੱਗੋ। ਰੀਅਲ ਸਟੇਟ ਵਾਲਾ ਕਹਿੰਦਾ ਜੀ ਇਹਦੇ ਅੱਜ ਆ ਘਰ ਲੈ ਲਓ, ਇਹ ਕੱਲ ਨੂੰ ਜਾਂ ਅਗਲੇ ਹਫਤੇ ਇਹ 2 ਲੱਖ ਵੱਧ ਜਾਣਾ। ਐਂਡ ਹੁਣ ਤੱਕ ਤਾਂ ਹੁੰਦਾ ਇੱਦਾਂ ਰਿਹਾ, ਦੇ ਵਰ ਰਾਈਟ। ਐਂਡ ਇਹ ਗਰੀਡ ਨੂੰ ਕੰਟਰੋਲ ਕਰੋ। ਜੇ ਤੁਸੀਂ ਤੁਹਾਡੇ ਕੋਲ 1 ਜਾਂ 2 ਘਰ 4 ਘਰ ਤੁਸੀਂ ਪੈਸੇ ਬਣਾ ਲਏ ਆ, ਉਹਦੇ ਤੇ ਮੌਰਗੇਜ ਪਵਾ ਕੇ ਗਾਂ ਤੇ ਗਾਂ ਨਾ ਲਈ ਜਾਓ ਤੇ ਮਾਰੇ ਜਾਓਗੇ। ਬੀ ਕੇਅਰਫੁਲ ਐਂਡ ਦੈਟਸ ਆਲ ਆਈ ਵਾਂਟ ਟੂ ਸੇ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।